बिन गुर देखे नींद न आवे। मेरा मन तन वेदन गुर बिरहों लगावे। हर हर दया करो गुर मेलो, जन नानक गुर मिल रहसै जी। धन सतगुरु गुरु रामदास साहिब जी महाराज, जिन्हां ने बड़ी डूंगी प्रीत की गल कीती है। क्यों जिन्ना चिर उस अकाल पुरख वाहिगुरु नाल प्रीत नहीं है, मुहब्बत नहीं है, जिन्ना चिर मन उस अकाल पुरख वाहिगुरु परमात्मा नाल एक मिक नहीं हुंदा है। क्योंकि वाहिगुरु नाल एक मिक होना ते मन दी बिरहों नूं जगाउणा एक किसे विरलियां दे कोल है। हमू मर्द बायद के शब्द सुख नवाहा, ना शिकमे दिगर दर्द हाने दिगर। भाई नंद लाल जी कहते ने वो आदमी चाहिए जो चंगे श्रेष्ठ बचना वाला हो, जिदी रसना तो परमात्मा प्रति प्रेम दे शब्द निकलते हो। देखो रसना कबूल भी बोलती है, चंगे बोल भी बोलती है, कन चंगा सुनते भी है ते माड़ा भी सुनते, पैर कुसंगत वाल भी चलते ने ते संगत वाल भी चलते ने, हथ चंगा कर्म भी करते है ते माड़ा भी करते है। हुण जिन्हां दी प्रीत है, गुरु साहब कहंदे मैं बिन गुर देखे नींद न आवे। कहंदे हरि तो बिना मैनू नींद नहीं आ रही है। देखो सतगुरु ने बड़ी वडियाई कीती है। उन्हां दी ਜਿਹੜੇ ਦਿਲੋਂ ਮੁਹੱਬਤ ਕਰਦੇ ਸੀ ਵਾਹਿਗੁਰੂ ਨਾਲ। ਕਿਮਾ ਕਰਿਓ ਕਲਯੁਗ ਦੇ ਲੱਛਣ ਹੋਣਗੇ ਕਿ ਪਹਿਰਾਵਾ ਕੁਛ ਕਹਿੰਦਾ ਹੋਏਗਾ ਤੇ ਅੰਦਰੋਂ ਮਨੋਬਿਰਤੀ ਕੁਛ ਹੋਵੇਗੀ। ਇਹ ਕਲਯੁਗ ਦਾ ਲੱਛਣ ਹੈ ਕਿ ਬੰਦਾ ਉੱਪਰੋਂ ਕੁਝ ਦਿਸਦਾ ਅੰਦਰੋਂ ਕੁਛ ਹੈ। ਗੁਰੂ ਸਾਹਿਬ ਨੇ ਕਿਹਾ ਨਾ, ਬਾਬਾ ਫਰੀਦ ਸਾਹਿਬ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਕਹਿੰਦੇ ਦਿਲੋਂ ਮੁਹੱਬਤ ਕਰਨ ਵਾਲੇ ਕਲਯੁਗ ਵਿੱਚ ਕੋਈ ਵਿਰਲੇ ਹੋਣਗੇ। ਦੇਖੋ ਜੀਵ ਨਾਲ ਤੇ ਸਾਰੇ ਹੀ ਆਖ ਰਹੇ ਆ ਵਾਹਿਗੁਰੂ ਤੇਰੇ ਆ ਤੇਰੇ ਆ, ਸਭ ਕੁਝ ਤੇਰਾ ਹੈ। ਪਰ ਹੁਣ ਕਬੀਰ ਸਾਹਿਬ ਜੀ ਵਰਗੀ ਬਿਰਤੀ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪਤੇ ਕਿਆ ਲੱਗੈ ਮੇਰਾ। ਇਹ ਤੇ ਬਿਰਤੀ ਕਿਸੇ ਵਿਰਲੇ ਦੀ ਹੈ ਨਾ, क्योंकि मनुख तो हरेक चीज ते मैं दी मोहर लाउंदा है, मैं दी छाप छड्डदा है। देखो जिस दिन असीं तू करांगे समझ लियो कि बंदा निरंकार दे घर दी यात्रा कर रहा है। ते जिस दिन हर चीज ते मैं लग जाएगी, गड्डियां ते भी अपनी बरादरी, घरां ते भी अपनी बरादरी, अपना नाम मर्ज। कहंदे जिस दिन ये चलिया अंदर आ जाएगा, मैं आ जाएगी, समझ लियो बंदा हंकार दी यात्रा कर रहा है। जिस दिन तू ते तुर पे ना, कबीर साहब जी तू करी जाते सी, हर समय उन्हां दी बिरती हो गई सी। ते सच है दिलों मुहब्बत जिन से ही सच्चिया, जेड़े दिलों मुहब्बत करते सी वो सच तो बिना रह भी नहीं सी सकते। वो सच तो बिना टुटदे नहीं सी, वो सच दे नाल एक मिक होए पे सी। ते जेड़े सच नाल एक मिक हो गए, सतगुरु कहंदे ओ अंदरों भी वाहिगुरु ने ते बाहरों भी वाहिगुरु। उन्हां दा हाल ये नहीं, तुमड़ी वाला हाल नहीं। बाहरों धोती तुमड़ी, अंदर विस नकोर। अक नूं जिन्ना मर्जी बाहरों धो लो, पर याद रखियो अंदर ओदे कुड़तन ही कुड़तन। कहंदे मनुख जे तू दिलों मुहब्बत करेगा तो तेरे मन की अवस्था भला की बननी है। मैं बिन गुर देखे नींद ना आवे।
ਹੁਣ ਇਹ ਬਿਰਤੀ ਬਣਾਉਣੀ, ਇਹ ਬਿਰਤੀ ਤੇ ਚੱਲਣਾ, ਇਸ ਗੱਲ ਨੂੰ ਪਕੜ ਕੇ ਰੱਖਣਾ। ਕਬੀਰ ਸਾਹਿਬ ਕਹਿੰਦੇ ਜਿਸ ਦਿਨ ਦੀ ਪ੍ਰੀਤ ਜੁੜੀ ਹੈ ਨਾ, ਹਮ ਮਰਦ ਬਾਇਦ ਕੇ ਸ਼ਬਦ ਸੁਖ ਮਨਾ, ਕਹਿੰਦੇ ਜਿਸ ਦਿਨ ਦੀ ਮੇਰੀ ਜੀਭ ਤੇ ਮੇਰੇ ਬਚਨਾਂ ਤੇ ਉਹ ਵਾਹਿਗੁਰੂ ਦਾ ਨਾਮ ਹੈ, ਜਿਸ ਦਿਨ ਦਾ ਨਾ ਸ਼ਿਕਮੇ ਦਿਗਰ ਦਰਦਹਾਨੇ ਦਿਗਰ, ਕਹਿੰਦੇ ਜਿਸ ਦਿਨ ਦੀ ਮੇਰੀ ਰਸਨਾ ਹੁਣ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਮੈਨੂੰ ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ। ਹੁਣ ਦੂਸਰਾ ਉਸ ਦਿਨ ਨਜ਼ਰ ਆਏਗਾ ਜਿਸ ਦਿਨ ਟੁੱਟੇ ਹੋਵਾਂਗੇ ਤੇ ਜਿਸ ਦਿਨ ਜੁੜੇ ਹੋਵਾਂਗੇ। ਫਿਰ ਇਹ ਜੀਭ ਕਿਸੇ ਨੂੰ ਮਾੜਾ ਨਹੀਂ ਕਹੇਗੀ, ਇਹ ਜਿਹੜੇ ਨੇਤਰ ਨੇ ਕਿਸੇ ਨੂੰ ਮਾੜਾ ਨਹੀਂ ਤੱਕਣਗੇ, ਜਿਹੜੇ ਕੰਨ ਨੇ ਕੋਈ ਇਹੋ ਜਿਹਾ ਵੈਣ ਗੀਤ ਨਹੀਂ ਸਰਵਣ ਕਰਨਗੇ ਜਿਹਦੇ ਨਾਲ ਅੰਦਰ ਵਿਸ਼ੇ ਵਕਾਰ ਜਨਮ ਲੈਣ। ਗੁਰੂ ਸਾਹਿਬ ਨੇ ਕਿਹਾ ਹੈ ਨਾ, ਤੇਰਾ ਸੁਣਨਾ ਵੀ ਤੇਰੇ ਅੰਦਰ ਵਿਸ਼ੇ ਵਕਾਰਾਂ ਨੂੰ ਜਨਮ ਦੇ ਸਕਦਾ ਹੈ। ਸਾਡਾ ਸੁਣਨਾ ਵੀ ਜਿਸ ਤਰ੍ਹਾਂ ਦਾ, ਦੇਖੋ ਅਸੀਂ ਜਿਸ ਤਰ੍ਹਾਂ ਦਾ ਸੁਣਦੇ ਆ ਨਾ, ਮੈਂ ਪੰਕਤੀ ਰੱਖਾਂ ਤੁਹਾਨੂੰ ਗੱਲ ਪਕੜ ਚਾਵੇ। ਮਹਾਰਾਜ ਜੀ ਕਹਿੰਦੇ ਗੰਦਣ ਵੈਨ ਸੁਣਹਿ ਉਰ ਜਾਵਹਿ। ਗੰਦਣ ਦਾ ਅਰਥ ਹੁੰਦਾ ਗੰਦੇ, ਖਿਮਾ ਕਰਿਓ, ਉਹ ਗੱਡੀ ਚਲਾਉਣ ਲੱਗਿਆਂ ਸ਼ਬਦ ਲਾਈਦਾ 1-2 ਮਿੰਟ, 1 ਹੀ ਮਿੰਟ, ਘੜੀ ਦਾ 1 ਹੀ ਮਿੰਟ ਹੁੰਦਾ ਹੈ ਵੱਧ ਤੋਂ ਵੱਧ। ਉਹ ਬਾਅਦ ਵਿੱਚ ਤੇ ਪਤਾ ਨਹੀਂ ਕਿਹੜੇ ਕਿਹੜੇ ਗੰਦੇ ਵੈਣ ਗੀਤ ਸੁਣੀ ਜਾਣੇ। ਉਹ ਚਲਾਉਣ ਲੱਗਿਆਂ ਇਸ ਕਰਕੇ ਲਾਈਦਾ ਕਿ ਜਦੋਂ ਕੋਈ ਬੰਦਾ ਕਾਰਜ ਕਰਦਾ, ਆਰੰਭ ਕਰਦਾ ਕੰਮ, ਉਹਨੂੰ ਹੁੰਦਾ ਕਿ ਮੈਂ ਰੱਬ ਦਾ ਨਾਮ ਲੈ ਲਵਾਂ। ਉਹਦੇ ਮਨ 'ਚ ਭਾਵਨਾ ਬਣੀ ਹੁੰਦੀ ਹੈ ਕਿ ਚੱਲ ਮਨਾ ਥੋੜਾ ਚਿਰ ਨਾਮ ਲੈਂਦੇ ਆ, ਬਾਅਦ ਵਿੱਚ ਜੋ ਚਿੱਤ ਕਰੇਗਾ ਜੀਭ ਤੋਂ ਬੋਲਾਂਗੇ, ਜੋ ਚਿੱਤ ਆਖੇਗਾ ਕੰਨਾਂ ਤੋਂ ਸੁਣਾਂਗੇ। ਹੁਣ ਗੁਰੂ ਸਾਹਿਬ ਕਹਿੰਦੇ ਗੰਦਨ ਵੈਣ ਸੁਣੇ ਅਰਜਾਵੇ, ਨਾਮ ਲੈਤ ਅਲਕਾਇਆ। ਕਹਿੰਦੇ ਤੂੰ ਗੰਦੇ ਗੀਤ ਸੁਣ ਲੱਗਿਆ ਰਤਾ ਵੀ ਦੇਰੀ ਨਹੀਂ ਕਰਦਾ ਹੈ, ਤੇ ਕਹਿੰਦੇ ਨਾਮ ਦਾ ਰਸ ਲੈਣ ਲੱਗਿਆ ਕਹਿੰਦੇ ਤੇਰਾ ਮਨ ਜੁੜਦਾ ਹੀ ਨਹੀਂ, ਤੇਰਾ ਮਨ ਪਰਮਾਤਮਾ ਦੀ ਬਿਰਤੀ ਵਿੱਚ ਇਕਾਗਰ ਹੀ ਨਹੀਂ ਹੁੰਦਾ ਹੈ। ਹੁਣ ਮੈਂ ਮਹਾਰਾਜ ਕਹਿੰਦੇ ਮੈਂ ਕਿਸ ਤਰ੍ਹਾਂ ਮੈਨੂੰ ਨੀਂਦ ਆਵੇ ਪਰਮਾਤਮਾ ਦੇ ਨਾਮ ਤੋਂ ਬਿਨਾਂ। ਗੁਰੂ ਰਾਮਦਾਸ ਜੀ ਆਖਰੇ ਨਾ, ਕਹਿੰਦੇ ਮੇਰਾ ਤੇ ਇੱਕ ਪਲ ਇੱਕ ਸੈਕਿੰਡ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਲੰਘਦਾ ਨਹੀਂ। ਹੁਣ ਗੁਰੂ ਬਾਬਾ ਫਰੀਦ ਸਾਹਿਬ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਕਹਿੰਦੇ ਦਿਲੋਂ ਮੁਹੱਬਤ ਕਰਨ ਵਾਲੇ ਕੋਈ ਵਿਰਲੇ ਹੋਣਗੇ, ਪਰ ਯਾਦ ਰੱਖਿਓ ਪਹਿਰਾਵੇ ਕਰਕੇ ਅੰਦਰੋਂ ਕੱਚੇ ਤੇ ਬਾਹਰੋਂ ਤੁਹਾਨੂੰ ਜੁੜੇ ਹੋਏ ਦਿਸਣਗੇ। ਹੁਣ ਬੰਦਾ ਜਿੰਨਾ ਮਰਜ਼ੀ ਜਪਜੀ ਸਾਹਿਬ ਪੜ੍ਹ ਲਏ, ਹਾਂ ਕਈਆਂ ਨੇ ਕਿੰਨੇ ਕਿੰਨੇ ਸਹਿਜ ਪਾਠ ਕਰ ਲਏ, ਕਈ ਰੋਜ਼ ਦੱਸਦੇ ਨੇ ਅਸੀਂ ਇੰਨੇ ਚੁਪਈ ਸਾਹਿਬ ਕਰਦੇ ਆ, ਪਰ ਯਾਦ ਰੱਖਿਓ ਬਾਣੀ ਪੜਨ ਵਾਲਿਆਂ ਦੇ ਚਿਹਰੇ ਤੋਂ ਅਨੁਭਵ ਹੋ ਜਾਂਦਾ ਹੈ। ਰੱਬ ਦੀਆਂ ਰੰਗੀਆਂ ਹੋਈਆਂ ਰੂਹਾਂ ਦੇ ਚਿਹਰਿਆਂ ਦੇ ਦਰਸ਼ਨ ਕਰਕੇ ਹੀ ਆਤਮਾ ਨਿਹਾਲ ਹੋ ਜਾਂਦੀ। ਤਦ ਹੀ ਅਸੀਂ ਅਰਦਾਸ ਵਿੱਚ ਰੋਜ਼ ਇਹ ਗੱਲ ਕਹਿੰਦੇ ਆ ਨਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਿਆ। ਹੁਣ ਮਹਾਰਾਜ ਜੀ ਕਹਿੰਦੇ ਜਿਨ ਮਨ ਹੋਰ। ਹੁਣ ਪ੍ਰੀਤ ਪਾਉਣੀ ਹੈ ਨਿਰੰਕਾਰ ਨਾਲ, ਪਰ ਹੈ ਬੜੀ ਕਠਿਨ ਹੈ। ਹੁਣ ਪ੍ਰਮਾਤਮਾ ਨੂੰ ਸਭ ਕੁਝ ਮੰਨੀ ਜਾਣਾ ਹੈ ਬੜਾ ਔਖਾ ਮਾਰਗ ਹੈ, ਕਿਉਂਕਿ ਪ੍ਰਮਾਤਮਾ ਨੇ ਆਖਣਾ ਠੱਗੀਆਂ ਛੱਡ, ਉਹ ਸਾਥੋਂ ਛੱਡੀਆਂ ਨਹੀਂ ਜਾਣੀਆਂ। ਭਾਵੇਂ ਅੰਮ੍ਰਿਤ ਛਕਿਆ ਹੋਏ ਹਾਂ, ਭਾਵੇਂ ਸਵੇਰੇ ਸ਼ਾਮ ਨਿਤਨੇਮ ਵੀ ਕਰਦੇ ਹੋਈਏ, ਹੁਣ ਪ੍ਰਮਾਤਮਾ ਨੇ ਤੇ ਆਖਣਾ ਫਰੇਬ ਛੱਡ, ਉਹ ਛੱਡੇ ਨਹੀਂ ਜਾਣੇ। ਬਾਬਾ ਫਰੀਦ ਸਾਹਿਬ ਕਹਿੰਦੇ ਨਾ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ। ਕਹਿੰਦੇ ਜੋ ਰੱਬ ਆਖੇਗਾ ਉਹ ਤੇਥੋਂ ਛੱਡਿਆ ਨਹੀਂ ਜਾਣਾ। ਛੱਡਿਆ ਇਸ ਕਰਕੇ ਹੀ ਨਹੀਂ ਜਾਣਾ ਕਿਉਂਕਿ ਤੇਰੇ ਮਨ ਨੇ ਨਹੀਂ ਮੰਨਣਾ ਹੈ। ਤੇ ਜਿਸ ਦਿਨ ਤੇਰਾ ਮਨ ਮੰਨ ਗਿਆ, ਯਾਦ ਰੱਖੀ ਕਹਿੰਦੇ ਫਿਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਿਸੇ ਦਾ ਪਰਾਇਆ ਹੱਕ ਖਾਣਾ ਵੀ ਉਹਨੂੰ ਜ਼ਹਿਰ ਦੇ ਬਰਾਬਰ ਨਜ਼ਰ ਆਉਂਦਾ ਹੈ। ਹੁਣ ਇਹ ਕਿਸੇ ਵਿਰਲਿਆਂ ਦੀ ਗੱਲ ਹੈ, ਸਾਰਿਆਂ ਦੀ ਨਹੀਂ। ਇਹ ਕੋਈ ਵਿਰਲੇ ਨੇ ਜਿਹੜੇ ਖੱਡੀ ਤੇ ਵੀ ਬੈਠਦੇ ਨੇ, ਤਾਣਾ ਬੂਣਾ ਬੁਣਦੇ ਨੇ, ਤੇ ਯਾਦ ਰੱਖਿਓ ਰੱਬ ਨਾਲੋਂ ਨਹੀਂ ਟੁੱਟਦੇ ਨੇ। ਇਮਲੀ ਦੇ ਦਰਖਤ ਹੇਠ ਬੈਠ ਕੇ ਜੁੱਤੀਆਂ ਗੰਢਣ ਵਾਲਾ ਬਾਬਾ ਰਵਿਦਾਸ ਸਾਹਿਬ ਜੀ ਜਦੋਂ ਜੁੱਤੀ ਗੰਢਦਾ, ਤੇ ਯਾਦ ਰੱਖਿਓ ਜੁੱਤੀ ਗੰਢਦਿਆਂ ਗੰਢਦਿਆਂ ਅਗਲੇ ਦਾ ਮਨ ਵੀ ਗੜ ਦਿੰਦੇ ਨੇ। ਖੱਡੀ ਤੇ ਬੈਠਣ ਵਾਲਿਆਂ ਦੀ ਪ੍ਰੀਤ ਕਿਸ ਤਰ੍ਹਾਂ ਦੀ ਹੈ? ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤਿਨ ਭੋਏ
ਭਾਰ ਥੀਏ। ਕਹਿੰਦੇ ਧਰਤੀ ਤੇ ਉਹ ਭਾਰ ਦੇ ਬਰਾਬਰ ਹੁੰਦੇ ਨੇ ਜਿਹੜੇ ਇਹ ਗੱਲ ਆਖਦੇ ਨੇ ਮੈਂ ਗੁਰੂ ਤੋਂ ਬਿਨਾਂ ਰਹਿ ਸਕਦਾ। ਕਹਿੰਦੇ ਰੱਤੇ ਇਸ਼ਕ ਖੁਦਾਇ, ਕਹਿੰਦੇ ਉਹ ਰੰਗੇ ਹੀ ਰਹਿੰਦੇ ਨੇ ਪ੍ਰਮਾਤਮਾ ਦੇ ਨਾਮ ਵਿੱਚ, ਉਹ ਇੱਕਮਿਕ ਹੁੰਦੇ ਨੇ, ਪਰ ਹੁੰਦੇ ਕੌਣ ਨੇ? ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਜਿਨ੍ਹਾਂ ਦੀ ਅੰਦਰਲੀ ਬਿਰਤੀ ਇਹ ਬਣਦੀ ਹੈ, ਜਿਨ੍ਹਾਂ ਦੀ ਅੰਦਰਲੀ ਬਿਰਤੀ ਵਿੱਚ ਪਰਮਾਤਮਾ ਦਾ ਨਾਮ ਹੈ। ਕਿਉਂਕਿ ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਕਹਿੰਦੇ ਧਾਗਾ ਵੀ ਪਾਉਣਾ ਨਾ ਮੈਂ ਜਦੋਂ ਸੂਈ ਦੇ ਨੱਕੇ ਤੋਂ, ਤੇ ਕਹਿੰਦੇ ਉਸ ਸਮੇਂ ਨਾ ਜਿਹੜਾ ਸਵਾਸ ਮੇਰਾ ਉਸ ਧਾਗੇ ਨੂੰ ਪਾਉਣ ਵਿੱਚ ਚਲਿਆ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਯਾਦ ਰੱਖਿਓ ਉਹ ਸਵਾਸ ਵੀ ਮੈਨੂੰ ਫਿਰ ਵਿਅਰਥ ਲੱਗਦਾ ਹੈ। ਜਿਹੜਾ ਸਵਾਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਜ਼ਰਦਾ ਹੈ, ਤੇ ਜਿਹੜਾ ਸਵਾਸ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ, ਫਿਰ ਇਹੋ ਜੀ ਪ੍ਰੀਤ ਵੱਜਦੀ ਹੈ, ਇਹੋ ਜਿਹਾ ਰਸ ਵੱਜਦਾ ਹੈ ਕਿ ਉਹ ਜੀਵ ਫਿਰ ਪਰਮਾਤਮਾ ਤੇ ਬਿਨਾਂ ਰਹਿ ਹੀ ਨਹੀਂ ਸਕਦਾ। ਹੁਣ ਜਿਸ ਦਿਨ ਸਾਡੀ ਪ੍ਰੀਤ ਬਣੇਗੀ, ਭਾਈ ਸਾਹਿਬ ਨੇ ਕਿਹਾ ਨਾ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹਿਤ ਹੈ ਮਿਲ ਹੋਣ ਸੁਖਾਲੇ। ਕਹਿੰਦੇ ਨੇਹ ਕਵਲ ਜਲ ਜਾਣੀਐ ਖਿੜ ਮੋਹ ਵਖਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸਮਾਲੇ, ਪੀਰ ਮਰੀਦਾਂ ਪਿਰਹੜੀ ਉਹ ਨਿਭੈ ਨਾਲੇ। ਹੁਣ ਦੇਖੋ ਚਕੋਰ ਦੀ ਕਿੰਨੀ ਪ੍ਰੀਤ ਹੈ। ਅਸੀਂ ਸਮਝਦੇ ਹਾਂ ਚੰਦਰਮਾ ਨਾਲ ਪ੍ਰੀਤ ਹੈ, ਨਹੀਂ। ਪਰਮਾਤਮਾ ਨੇ ਇੱਕ ਖੇਡ ਰੱਖੀ ਹੈ ਜਾਨਵਰਾਂ ਪੰਛੀਆਂ ਦੇ ਅੰਦਰ। ਜਦੋਂ ਵੀ ਸੂਰਜ ਢਲੇਗਾ ਇਹ ਜਿੱਥੇ ਜਿੱਥੇ ਹੋਣਗੇ ਉੱਥੇ ਹੀ ਬੈਠ ਕੇ ਆਰਾਮ ਕਰਨ ਲੱਗ ਪੈਣਗੇ। ਜਿੰਨੇ ਪਸ਼ੂ ਪੰਛੀ ਨੇ, ਜੀਵ ਜੰਤ ਨੇ, ਇਹਨਾਂ 'ਚ ਪਰਮਾਤਮਾ ਨੇ ਇੱਕ ਵੱਖਰੀ ਬਿਰਤੀ ਰੱਖੀ ਹੋਈ ਹੈ। ਕੋਈ ਪੰਛੀ ਕਿਤੇ ਉੱਡ ਕੇ ਆਪਣੇ ਆਲਣੇ ਤੋਂ ਦੂਰ ਹੈ, ਯਾਦ ਰੱਖਿਓ ਜਿੱਥੇ ਖਲੋ ਗਿਆ ਬੈਠ ਗਿਆ ਉਹਨੇ ਉੱਥੇ ਹੀ ਆਰਾਮ ਕਰਨਾ। ਸੂਰਜ ਚੜ੍ਹੇਗਾ ਤੇ ਉਡਾਰੀ ਭਰੇਗਾ, ਨਹੀਂ ਤੇ ਸ਼ਾਮ ਨੂੰ ਪੰਛੀ ਕਦੀ ਵੀ ਉਡਾਰੀ ਨਹੀਂ ਭਰਦੇ। ਜਦੋਂ ਸ਼ਾਮ ਪੈ ਗਈ ਬਸ ਇਹਨਾਂ ਨੇ ਆਰਾਮ ਕਰਨਾ, ਉੱਥੇ ਹੀ ਖਲੋ ਜਾਣਾ, ਉੱਥੇ ਹੀ ਬੈਠ ਜਾਣਾ। ਪਰ ਇੱਥੇ ਗੁਰਬਾਣੀ ਅੰਦਰ ਚੱਕਵੇ ਦੀ ਪ੍ਰੀਤ, ਚਕੋਰ ਦੀ ਪ੍ਰੀਤ ਦਾ ਹਵਾਲਾ ਦਿੱਤਾ ਹੋਇਆ ਹੈ। ਇੱਕ ਰਿਕਾਰਡਿੰਗ ਆ ਰਹੀ ਹੈ, ਤੁਸੀਂ ਸਰਵਣ ਕਰਿਓ ਨੈਟ ਤੋਂ। ਉਹ ਸਾਰੇ ਮੈਂ ਜਾਨਵਰ ਵਾਹਿਗੁਰੂ ਕੇਵਲ ਪੰਛੀਆਂ ਦੇ ਨਾਮ ਮੈਂ ਆਪ ਦੇ ਸਨਮੁਖ ਕੀਤੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਕਿਹੜੇ ਪੰਛੀ ਦਾ ਨਾਮ ਆਇਆ ਹੈ, ਤੇ ਫਿਰ ਗੁਰਬਾਣੀ ਦੇ ਮੁਤਾਬਕ ਉਸ ਪੰਛੀ ਨੂੰ ਕਿਹੜੀ ਸੁਚੇਤਤਾ ਦੇ ਨਾਲ ਮਨੁੱਖ ਪ੍ਰਤੀ ਜਗਾਇਆ ਗਿਆ ਹੈ। ਨਾਲ ਨਾਲ ਉਹ ਤੁਕ ਵੀ ਰੱਖੀ ਹੈ ਕਿ ਗੱਲ ਆਪ ਦੀ ਪਕੜ ਵਿੱਚ ਰਵੇ, ਨਾਲ ਬਾਣੀ ਦਾ ਅੰਗ ਵੀ ਰੱਖਿਆ ਹੈ ਕਿ ਕਿਹੜਾ ਜਾਨਵਰ, ਕਿਹੜੀ ਪੰਛੀ ਤੇ ਜਾਨਵਰ ਬਿਰਤੀ ਰੱਖਦੇ, ਉਹ ਤੁਸੀਂ ਸਰਵਣ ਕਰਿਓ। ਭਾਈ ਸਾਹਿਬ ਕਹਿੰਦੇ ਚੰਦ ਚਕੋਰ ਪ੍ਰੀਤ ਹੈ। ਕਹਿੰਦੇ ਚੱਕਵੀ ਜਿਹੜੀ ਹੁੰਦੀ ਹੈ ਨਾ, ਚੱਕਵੀ, ਉਹਨੂੰ ਚੱਕਵੇ ਨਾਲ ਪ੍ਰੀਤ ਬੜੀ। ਦੇਖੋ ਗ੍ਰਸਤੀ ਜੀਵਨ ਅੰਦਰ ਵੀ ਸਵਰਗ ਤਾਦੀ ਘਰ ਬਣਦਾ ਹੈ ਜੇਕਰ ਪਤੀ ਪਤਨੀ ਦਾ ਪਿਆਰ ਹੈ, ਤੇ ਨੂੰ ਜਿਹੜੀ ਹੈ ਉਹ ਆਪਣੇ ਘਰਦਿਆਂ ਵੱਡਿਆਂ ਦਾ ਸਤਿਕਾਰ ਕਰਦੀ ਹੈ। ਇਹ ਗ੍ਰਸਤੀ ਜੀਵਨ ਅੰਦਰ ਇਹ ਪ੍ਰੀਤ ਹੋਣੀ ਬੜੀ ਲਾਜ਼ਮੀ ਹੈ, ਕਿਉਂਕਿ ਸਾਡੇ ਸਤਿਗੁਰੂ ਨੇ ਪ੍ਰੀਤ ਹੀ ਇਸ ਤਰ੍ਹਾਂ ਦੀ ਰੱਖੀ ਹੈ। ਇਹ ਗ੍ਰਸਤੀ ਜੀਵਨ ਦੀ ਪ੍ਰਵਿਰਤੀ ਦੇ ਵਿੱਚ ਇੱਕ ਮੁਹੱਬਤ ਦਾ ਹੋਣਾ ਬੜਾ ਜ਼ਰੂਰੀ ਹੈ, ਜਿਸ ਮੁਹੱਬਤ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ। ਕੋਈ ਬੱਚਾ ਮਾਂ ਪਿਓ ਦਾ ਸਤਿਕਾਰ ਨਹੀਂ ਕਰ ਰਿਹਾ ਹੈ, ਕੋਈ ਧੀ ਵਿਰਲੀ ਹੈ ਮਾਂ ਪਿਓ ਦੀ ਆਗਿਆ ਵਿੱਚ ਚੱਲ ਰਹੀ ਹੈ, ਕੋਈ ਮਾਂ ਪਿਓ ਵਿਰਲੇ ਨੇ ਜਿਹੜੇ ਧੀਆਂ ਪੁੱਤਰਾਂ ਨੂੰ ਉਹ ਸਿੱਖਿਆ ਦੇ ਕੇ ਤੋਰ ਰਹੇ ਨੇ ਜਿਸ ਸਿੱਖਿਆ ਦੇ ਨਾਲ ਉਹਨਾਂ ਦਾ ਆਉਣ ਵਾਲਾ ਜੀਵਨ ਸੁਰਖਰੂ ਬਣਿਆ ਹੈ। ਉਹ ਕੋਈ ਵਿਰਲੇ, ਪਰ ਜਿਸ ਜੀਵਨ ਅੰਦਰ, ਜਿਸ ਗ੍ਰਸਤੀ ਅੰਦਰ ਪ੍ਰੀਤ ਬਣਦੀ ਹੈ, ਜਿਸ ਗ੍ਰਸਤੀ ਅੰਦਰ ਸੰਜੋਗ ਬਣਦਾ, ਦੇਖੋ ਇਹ ਵਿਚਾਰਾਂ ਦੀ ਖੇਡ ਰਲੀ ਹੁੰਦੀ ਹੈ। ਜੇ ਸਾਡੇ ਵਿਚਾਰ ਰਲ ਜਾਣ ਨਾ, ਸਾਡੇ ਵਿਚਾਰ ਇੱਕਮਿਕ ਹੋ ਜਾਣ, ਤੇ ਬਜ਼ੁਰਗ ਹੁੰਦਿਆਂ ਤੱਕ ਵੀ ਕਦੀ ਕਲੇਸ਼ ਨਹੀਂ ਪੈਂਦਾ ਹੈ। ਤੇ ਜੇ ਸਾਡੇ ਵਿਚਾਰ ਨਾ ਰਲੇ ਤੇ ਖਿਮਾ ਕਰਿਓ 10 ਦਿਨ ਵੀ ਇੱਕ ਦੂਜੇ ਦੀ ਗੱਲ ਸਹਿਣ ਨਹੀਂ ਅਸੀਂ ਕਰ ਸਕਦੇ। ਜਿਸ ਦਿਨ ਸਾਡੇ ਵਿਚਾਰ ਰਲ ਗਏ, ਸਮਝ ਲਿਓ ਉਹ ਜੀਵਨ ਸਹੀ ਹੈ, ਉਹ ਆਨੰਦਮਈ ਹੈ, ਸੁਖਦਾਇਕ ਹੈ। ਜਿਸ ਜੀਵਨ ਵਿੱਚ ਜੀਵ ਦੇ ਵਿਚਾਰ ਨਹੀਂ ਰਲਦੇ ਨੇ, ਹੁਣ ਪੁੱਤਰ ਪਿਓ ਦੇ ਵਿਚਾਰ ਨਹੀਂ ਰਲਦੇ ਨੇ, ਨਿੱਤਾ ਪ੍ਰਤੀ ਲੜਾਈ ਹੈ। ਵਿਚਾਰਾਂ ਦਾ ਮੇਲ ਹੈ ਨਾ। ਜਿਸ ਦਿਨ ਪਿਓ ਪੁੱਤਰ ਦੇ ਵਿਚਾਰ ਰਲ ਗਏ,
ਪੁੱਤਰ ਪਿਓ ਦੀ ਆਗਿਆ ਤੋਂ ਬਿਨਾਂ ਕਿਸੇ ਦੂਸਰੇ ਪਾਸੇ ਜਾਂਦਾ ਹੀ ਨਹੀਂ ਹੈ। ਜਿਸ ਦਿਨ ਧੀ ਦੇ ਮਾਂ ਦੇ ਪਿਓ ਦੇ ਵਿਚਾਰ ਰਲ ਗਏ, ਧੀ ਕਦੀ ਵੀ ਆਪਣੇ ਮਾਂ ਪਿਓ ਤੋਂ ਬਾਹਰ ਨਹੀਂ ਜਾਂਦੀ। ਗੱਲ ਤੇ ਵਿਚਾਰਾਂ ਦੀ, ਜਿਸ ਦਿਨ ਵਿਚਾਰ ਮੇਲ ਖਾ ਗਏ ਸਮਝ ਲਿਓ ਸਵਰਗ ਵਿੱਚ ਬੈਠੇ ਆ। ਜੇ ਵਿਚਾਰ ਹੀ ਨਾ ਸਾਡੇ ਰਲੇ ਤੇ ਸਮਝ ਲਿਓ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ। ਹੁਣ ਸਤਿਗੁਰੂ ਕਹਿੰਦੇ ਪ੍ਰੀਤ ਦੇਖੋ, ਹੁਣ ਚੱਕਵੀ ਦੀ ਪ੍ਰੀਤ ਬੜੀ ਹੁੰਦੀ ਹੈ। ਚੰਦ ਚਕੋਰ, ਚਕੋਰ ਜਿਹੜੀ ਆ ਉਹ ਫਿਰ ਰਾਤ ਨਾ ਆਪਣੇ ਚੱਕਵੇ ਦੀ ਉਡੀਕ ਵਿੱਚ ਨਾ ਸੌਂਦੀ ਨਹੀਂ। ਉਹਨੂੰ ਇੰਨੀ ਡੂੰਗੀ ਪ੍ਰੀਤ ਹੈ, ਇੰਨੀ ਉਹਨੂੰ ਮੁਹੱਬਤ ਹੈ। ਜਦੋਂ ਉਹ ਚਕੋਰ ਆਪਣੇ ਚਕੋਰ ਦੇ ਪ੍ਰੀਤ ਵਿੱਚ ਨਹੀਂ ਰਹਿੰਦੀ ਹੈ ਤੇ ਸਤਿਗੁਰੂ ਕਹਿੰਦੇ ਚੰਦ ਚਕੋਰ ਪ੍ਰੀਤ ਹੈ। ਕਹਿੰਦੇ ਉਹ ਫਿਰ ਸਾਰੀ ਰਾਤ ਚੰਦਰਮਾ ਨੂੰ ਤੱਕਦੀ ਰਹਿੰਦੀ ਹੈ ਕਿ ਕਦੋਂ ਤੂੰ ਛੁਪੇਂਗਾ, ਕਦੋਂ ਤੂੰ ਆਕਾਸ਼ ਤੋਂ ਪਰੇ ਹੋਏਗਾ ਤੇ ਕਦੋਂ ਸੂਰਜ ਆਕਾਸ਼ ਵਿੱਚ ਪ੍ਰਕਾਸ਼ ਹੋਏਗਾ। ਤੇ ਜਦੋਂ ਸੂਰਜ ਪ੍ਰਕਾਸ਼ ਹੋਏਗਾ ਤੇ ਚਕੋਰ ਜਿਹੜੀ ਹੈ ਉਹ ਆਪਣੇ ਮਾਹੀ ਨੂੰ, ਆਪਣੇ ਪਤੀ ਨੂੰ ਤੱਕ ਸਕੇ। ਕਹਿੰਦੇ ਚੱਕਵੀ ਸੂਰਜ ਹਿਤ ਹੈ, ਮਿਲ ਹੋਣ ਸੁਖਾਲੇ। ਕਹਿੰਦੇ ਚੱਕਵੀ ਦੀ ਪ੍ਰੀਤ ਵੀ ਇਸੇ ਤਰ੍ਹਾਂ ਦੀ। ਜਦੋਂ ਸੂਰਜ ਛਿਪ ਜਾਂਦਾ ਫਿਰ ਰਾਤ ਉਹਨੂੰ ਆਨੰਦ ਨਹੀਂ, ਰਾਤ ਉਹਨੂੰ ਉਹਦੇ ਮਨ ਨੂੰ ਸਕੂਨ ਨਹੀਂ। ਉਹ ਚੱਕਵੇ ਦੀ ਪ੍ਰੀਤ ਵਿੱਚ ਜੁੜੀ ਰਹਿੰਦੀ ਹੈ ਤੇ ਸਾਰੀ ਰਾਤ ਇਹੋ ਹੀ ਬੇਨਤੀ ਕਰਦੀ ਹੈ ਕਦੋਂ ਸੂਰਜ ਚੜ੍ਹੇਗਾ, ਪ੍ਰਕਾਸ਼ ਹੋਏਗਾ ਤੇ ਮੈਂ ਚੱਕਵੇ ਨੂੰ ਦੇਖਾਂ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਦੀ ਪ੍ਰੀਤ ਇੱਕ ਵੈ ਨੇਹ ਕਵਲ ਜਲ ਜਾਣੀ ਹੈ। ਕਹਿੰਦੇ ਇੱਕ ਪ੍ਰੀਤ ਹੈ ਕਮਲ ਦੇ ਫੁੱਲ ਦੀ। ਕਵਲ ਦਾ ਫੁੱਲ ਉਹਨਾਂ ਚਿਰ ਨਹੀਂ ਖਿੜਦਾ ਜਿੰਨਾ ਚਿਰ ਤੱਕ ਉਹਦੇ ਤੇ ਸੂਰਜ ਦੀਆਂ ਕਿਰਨਾਂ ਨਹੀਂ ਪੈਂਦੀਆਂ। ਤੇ ਜਦੋਂ ਸੂਰਜ ਦੀ ਕਿਰਨ ਪਏਗੀ ਨਾ ਇਹ ਕਵਲ ਦਾ ਫੁੱਲ ਆਟੋਮੈਟਿਕ ਹੀ ਖਿੜ ਜਾਏਗਾ। ਭਾਈ ਸਾਹਿਬ ਕਹਿੰਦੇ ਨੇਹ ਕਵਲ ਜਲ ਜਾਣੀ ਹੈ, ਖਿੜ ਮੋਹ ਵਖਾਲੇ। ਕਹਿੰਦੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਕਹਿੰਦੇ ਮੋਰਾਂ ਨੂੰ ਪ੍ਰੀਤ ਹੈ ਬੱਦਲਾਂ ਦੇ ਤੇ ਬਬੀਏ ਨੂੰ ਪ੍ਰੀਤ ਹੈ ਸਵੰਤੀ ਬੂੰਦ ਦੇ। ਉਹ ਕਦੀ ਕਦਾਈ ਡਿੱਗਦੀ ਹੈ, ਠੀਕ ਹੈ, ਛੋਟਾ ਜਿਹਾ ਜਾਨਵਰ ਹੈ, ਬਗਲੇ ਵਾਂਗ ਹੈ। ਇਹਦਾ ਜਿਹੜਾ ਗਲਾ ਹੈ ਉਹ ਫੁੱਲਦਾ ਹੈ। ਅਸੀਂ ਚਲੋ ਆਮ ਸੁਣਦੇ ਆ ਇਹਦੇ ਦਿਮਾਗ ਵਿੱਚ ਛੇਕ ਹੈ, ਨਹੀਂ, ਛੇਕ ਨਹੀਂ ਹੈ। ਅਸਲ ਵਿੱਚ ਬਬੀਆ ਜਦੋਂ ਉਹ ਸਵੰਤੀ ਬੂੰਦ ਨੂੰ ਤਰਸਦਾ ਹੈ ਨਾ, ਮੂੰਹ ਨਹੀਂ ਅੱਡਦਾ ਆਪਣਾ, ਉਹਦੇ ਗਲੇ ਵਿੱਚ ਪ੍ਰਮਾਤਮਾ ਨੇ ਇੱਕ ਛੇਕ ਰੱਖਿਆ ਹੋਇਆ, ਉਹ ਫੁੱਲ ਜਾਂਦਾ। ਉਹ ਜਦੋਂ ਬਾਹਰ ਨੂੰ ਆਉਂਦਾ ਉਹ ਪਾਣੀ ਜਿੰਨਾ ਪਈ ਜਾਂਦਾ ਗਲੇ ਵਿੱਚ ਉਹਨੂੰ ਸਕੂਨ ਨਹੀਂ ਆਉਂਦਾ। ਜਦੋਂ ਸਵੰਤੀ ਬੂੰਦ ਪੈਂਦੀ ਹੈ ਤੇ ਉਹਦੀ ਆਤਮਾ ਨੂੰ ਸਕੂਨ ਆ ਜਾਂਦਾ ਹੈ। ਜਦੋਂ ਸਵੰਤੀ ਬੂੰਦ ਪੈਂਦੀ ਹੈ ਨਾ ਉਹਦੇ ਮਨ ਨੂੰ ਖੜਾਊ ਪੈਦਾ ਹੋ ਜਾਂਦਾ ਹੈ। ਤੇ ਜਦੋਂ ਸਵੰਤੀ ਬੂੰਦ ਉਹਦੇ ਗਲੇ 'ਚ ਜਾਂਦੀ, ਅੰਦਰ ਜਾਂਦੀ ਹੈ ਤੇ ਆਨੰਦ ਬਣਦੀ। ਕਿਉਂਕਿ ਸਵੰਤੀ ਬੂੰਦ ਜੇ ਬੰਦੇ ਦੇ ਦਿਮਾਗ ਤੇ ਪੈ ਜੇ ਨਾ ਉਹਨੂੰ ਗਿਆਨੀ ਬਣਾ ਦਿੰਦੀ ਹੈ, ਤੇ ਜੇ ਸਵੰਤੀ ਬੂੰਦ ਗਿੱਦੜ ਤੇ ਦਿਮਾਗ ਤੇ ਪੈ ਜੇ ਉਹਨੂੰ ਪਾਗਲ ਕਰ ਦਿੰਦੀ ਹੈ। ਜੇ ਸਵੰਤੀ ਬੂੰਦ ਸੁੱਕੇ ਰੁੱਖ ਤੇ ਪੈ ਜੇ ਉਹਨੂੰ ਹਰਿਆ ਭਰਿਆ ਕਰ ਦਿੰਦੀ ਹੈ। ਯਾਦ ਰੱਖਿਓ ਜੇ ਪੱਥਰ ਤੇ ਪੈ ਜੇ ਤੇ ਉਹਨੂੰ ਪਗਲਾ ਕੇ ਰੱਖ ਦਿੰਦੀ ਹੈ। ਭਾਈ ਸਾਹਿਬ ਕਹਿੰਦੇ ਨੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਕਹਿੰਦੇ ਇੰਨੀ ਪ੍ਰੀਤ ਹੈ ਮੋਰ ਨੂੰ, ਬਬੀਹੇ ਨੂੰ, ਬੱਦਲਾਂ ਦੇ ਨਾਲ। ਫਿਰ ਕਹਿੰਦੇ ਦੇਖੋ ਪ੍ਰੀਤ ਇਸ ਤਰ੍ਹਾਂ ਦੀ ਹੈ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਕਹਿੰਦੇ ਇੱਕ ਧੀ ਦੀ ਜਿਹੜੀ ਪ੍ਰੀਤ ਹੁੰਦੀ ਹੈ ਨਾ ਉਹ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਨਾਲ ਹੁੰਦੀ ਹੈ। ਉਸ ਤੋਂ ਬਾਅਦ ਉਹਦੀ ਪ੍ਰੀਤ ਵੱਜਦੀ ਹੈ ਆਪਣੇ ਪਤੀ ਦੇ ਨਾਲ। ਕਹਿੰਦੇ ਪ੍ਰੀਤ ਦੇਖੋ, ਮੁਹੱਬਤ ਦੇਖੋ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਹੁਣ ਇਸ ਤਰ੍ਹਾਂ ਦੀ ਪ੍ਰੀਤ ਸਾਡੀ ਵੀ ਚਾਹੀਦੀ ਹੈ। ਸਾਡੀ ਜਿਹੜੀ ਮਨੋਬਿਰਤੀ ਹੈ, ਜਿਹੜਾ ਸਾਡਾ ਮਨ ਹੈ, ਉਹ ਇਸ ਤਰ੍ਹਾਂ ਦੀ ਪ੍ਰੀਤ ਕਰੇ ਤੇ ਆਨੰਦ ਬਣਦਾ ਹੈ। ਹੁਣ ਭਾਈ ਸਾਹਿਬ ਕਹਿੰਦੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਕਹਿੰਦੇ ਇੱਕ ਪਤਨੀ ਦੀ ਪ੍ਰੀਤ ਆਪਣੇ ਪਤੀ ਦੇ ਨਾਲ ਹੈ। ਕਿੰਨੀ ਪ੍ਰੀਤ ਹੁੰਦੀ ਹੈ ਧੀ ਦੀ ਪੇਕਿਆਂ ਦੇ ਨਾਲ, ਆਪਣੀ ਭਰਾ ਦੇ ਨਾਲ, ਭੈਣ ਦੇ ਨਾਲ, ਆਪਣੇ ਮਾਂ ਪਿਓ ਦੇ ਨਾਲ। ਕਹਿੰਦੇ ਉਹੀ ਬੱਚੀ ਜਿਸ ਦਿਨ ਵਿਆਹੀ ਜਾਂਦੀ ਉਹਦਾ ਆਨੰਦ ਕਾਰਜ ਹੋ ਜਾਂਦਾ ਹੈ। ਕਹਿੰਦੇ ਉਹ ਪ੍ਰੀਤ ਟੁੱਟ ਜਾਂਦੀ ਹੈ ਤੇ ਪ੍ਰੀਤ ਉਹਦੀ ਆਪਣੇ ਪਤੀ ਦੇ ਨਾਲ ਜੁੜ ਜਾਂਦੀ ਹੈ। ਫਿਰ ਉਹ ਆਪਣੇ ਪਤੀ ਦੇ ਕਹਿਣ ਅਨੁਸਾਰ ਚੱਲਦੀ ਹੈ। ਕਹਿੰਦੇ ਨਾਰ ਪਧਾਰ ਪਿਆਰ ਹੈ ਮਾਂ
ਪੁੱਤ ਸੰਭਾਲੇ। ਕਹਿੰਦੇ ਉਹੋ ਹੀ ਧੀ ਜਿਸ ਦਿਨ ਕਿਸੇ ਬਾਲ ਬੱਚੀ ਨੂੰ ਜਨਮ ਦਿੰਦੀ ਹੈ ਤੇ ਉਹਨੂੰ ਸਭ ਤੋਂ ਵੱਡੀ ਖਿਤਾਬੀ ਨਾ ਮਾਂ ਦੀ ਮਿਲਦੀ ਹੈ। ਕਹਿੰਦੇ ਇੱਕ ਪ੍ਰੀਤ ਸੀ ਉਦੋਂ ਜਦੋਂ ਮਾਂ ਪਿਓ ਨਾਲ ਪ੍ਰੇਮ ਕਰਦੀ ਸੀ, ਇੱਕ ਪ੍ਰੀਤ ਸੀ ਉਦੋਂ ਜਦੋਂ ਆਪਣੇ ਪਤੀ ਨਾਲ ਪ੍ਰੇਮ ਕਰਦੀ ਸੀ, ਇੱਕ ਪ੍ਰੀਤ ਉਸ ਦਿਨ ਬਣ ਗਈ ਜਿਸ ਦਿਨ ਉਸੇ ਹੀ ਧੀ ਨੇ ਬਾਲ ਬੱਚੇ ਨੂੰ ਜਨਮ ਦਿੱਤਾ ਤੇ ਮਾਂ ਦੀ ਖਿਤਾਬੀ ਮਿਲੇ। ਸਾਰੀਆਂ ਪ੍ਰੀਤਾਂ ਟੁੱਟ ਗਈਆਂ ਤੇ ਉਹਨੂੰ ਬੱਚੇ ਨਾਲ ਮੁਹੱਬਤ ਹੋ ਗਈ। ਕਹਿੰਦੇ ਪੀਰ ਮਰੀਦਾਂ ਪਿਰਹੜ। ਕਹਿੰਦੇ ਰੱਬ ਦੇ ਪਿਆਰਿਆਂ ਦੀ ਜਿਹੜੀ ਪ੍ਰੀਤ ਹੈ ਨਾ, ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿਉਂਕਿ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ। ਤੇ ਜੇ ਰੱਬ ਨਾਲ ਪ੍ਰੀਤ ਹੋਏਗੀ ਨਾ, ਪ੍ਰਮਾਤਮਾ ਨਾਲ ਪ੍ਰੇਮ ਹੋਏਗਾ, ਤੁਸੀਂ ਰੋਜ਼ ਪੜ੍ਹਦੇ ਜੇ ਬਾਸ ਕੀਓ ਪਿਖਿਆਨ ਸੋ ਬੈਠ ਕੇ ਐਸੇ ਸੋ ਐਸੇ ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਏ। ਤੇ ਜਦੋਂ ਰੱਬ ਨਾਲ ਪ੍ਰੇਮ ਹੁੰਦਾ ਹੈ ਨਾ, ਪ੍ਰਮਾਤਮਾ ਨਾਲ ਪ੍ਰੇਮ ਹੁੰਦਾ ਹੈ ਤੇ ਫਿਰ ਪ੍ਰਮਾਤਮਾ ਸਾਰੇ ਕਾਰਜ ਕਰਨੇ ਆਰੰਭ ਕਰ ਦਿੰਦਾ ਹੈ। ਬਸ ਇਹ ਫਰਕ ਹੈ, ਲੋੜਵੰਦ ਬਣਨਾ ਪੈਂਦਾ ਹੈ। ਤੇ ਜਿਸ ਦਿਨ ਲੋੜਵੰਦ ਬਣਾਂਗੇ, ਯਾਦ ਰੱਖਿਓ, ਜੇ ਲੋੜਵੰਦ ਵੀ ਬਣਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਬਣਿਓ ਜਣੇ ਖਣੇ ਅੱਗੇ ਝੋਲੀ ਨਹੀਂ ਅੱਡਣੀ। ਇਹ ਨਹੀਂ ਕਿ ਅੱਜ ਕਿਤੇ ਝੋਲੀ ਅੱਡ ਲਈ, ਕੱਲ ਕਿਤੇ ਝੋਲੀ, ਉਹ ਅੱਜ ਕਿਤੇ ਠੂਠਾ ਫੜ ਲਿਆ, ਕੱਲ ਕਿਤੇ ਨਹੀਂ। ਭਖਾਰੀ ਬਣਿਓ ਕੇਵਲ ਪ੍ਰਮਾਤਮਾ ਦੇ, ਗੁਰੂ ਗ੍ਰੰਥ ਸਾਹਿਬ ਦੇ ਮੰਗਿਓ ਕੇਵਲ ਗੁਰੂ ਗ੍ਰੰਥ ਸਾਹਿਬ ਕੋਲੋਂ, ਜਣੇ ਖਣੇ ਅੱਗੇ ਕਦੀ ਝੋਲੀ ਵੀ ਨਾ ਅੱਡੇ। ਗੁਰੂ ਸਾਹਿਬ ਨੇ ਕਿਹਾ ਨਾ, ਤੀਸਰੇ ਪਾਤਸ਼ਾਹ ਨੇ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਇਹਦੇ ਵਿੱਚ ਦੋ ਸ਼ਬਦ ਵਰਤੇ ਨੇ, ਇੱਕ ਭੀਖਕ ਵਰਤਿਆ, ਇੱਕ ਭਿਖਾਰੀ ਵਰਤਿਆ ਹੈ। ਹੁਣ ਪਹਿਲਾ ਭੀਖਕ ਕੀ ਸਾਨੂੰ ਸੰਕੇਤਕ ਸ਼ਬਦ ਦਿੰਦਾ ਹੈ, ਕਹਿੰਦੇ ਹਮ ਭੀਖਕ। ਹੁਣ ਅਸੀਂ ਮੰਗਤੇ ਕਿਦੇ ਆ? ਚਲੋ ਮਨੁੱਖ ਦਾ ਇਹ ਸੁਭਾਅ ਹੁੰਦਾ ਹੈ, ਅੱਜ ਕਿਸੇ ਨੂੰ ਮੰਨ ਲਿਆ, ਕੱਲ ਕਿਸੇ ਨੂੰ। ਦੇਖੋ, ਜਦੋਂ ਤੱਕ ਅਸੀਂ ਮਾਤ ਦੇ ਗਰਭ ਵਿੱਚ ਟਿਕੇ ਹੁੰਦੇ ਆ, ਸਾਨੂੰ ਕੋਈ ਇਲਮ ਨਹੀਂ, ਸਾਨੂੰ ਕੋਈ ਗਿਆਨ ਨਹੀਂ, ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਮੇਰੀ ਮਾਂ ਕਿਹੜੇ ਗੁਰੂ ਨੂੰ ਮੰਨਦੀ ਹੈ, ਮੇਰਾ ਪਿਤਾ ਕਿਹੜੇ ਗੁਰੂ ਨੂੰ ਮੰਨਦਾ ਹੈ, ਮੇਰੇ ਮਾਂ ਪਿਓ ਕਿਹੜੇ ਪੀਰ ਨੂੰ ਧਿਆਉਂਦੇ ਨੇ, ਮੇਰੇ ਮਾਂ ਪਿਓ ਕਿਹੜੇ ਦੇਵੀ ਦੇਵਤੇ ਨੂੰ ਮੰਨਦੇ ਨੇ। ਸਾਨੂੰ ਕੋਈ ਇਲਮ ਨਹੀਂ, ਸਾਨੂੰ ਕੋਈ ਪਤਾ ਨਹੀਂ। ਅਸੀਂ ਜਦੋਂ ਜਗਤ ਵਿੱਚ ਆਉਂਦੇ ਆ ਤੇ ਸਾਡੇ ਮਾਂ ਪਿਓ ਸਾਨੂੰ ਇਲਮ ਕਰਾਉਂਦੇ ਨੇ, ਤੂੰ ਇਸ ਗੁਰੂ ਨੂੰ ਮੰਨਣਾ ਹੈ, ਇਸ ਪੀਰ ਨੂੰ ਮੰਨਣਾ ਹੈ, ਇਸ ਦੇਵੀ ਦੇਵਤੇ ਨੂੰ ਮੰਨਣਾ ਹੈ। ਪਰ ਯਾਦ ਰੱਖਿਓ, ਤੀਸਰੇ ਪਾਤਸ਼ਾਹ ਕਹਿੰਦੇ ਉਹ ਦਿਨ ਯਾਦ ਕਰ ਜਦੋਂ ਤੂੰ ਮਾਤ ਦੇ ਗਰਭ ਵਿੱਚ ਪੁੱਠਾ ਲਟਕਦਾ ਸੀ। ਤੈਨੂੰ ਤੇ ਰਤਾ ਵੀ ਖਿਆਲ ਨਹੀਂ, ਤੈਨੂੰ ਤੇ ਰਤਾ ਵੀ ਪਤਾ ਨਹੀਂ ਕਿਹੜੇ ਗੁਰੂ ਪੀਰ ਦੀ ਪੂਜਾ ਕਰਨੀ ਹੈ। ਕਹਿੰਦੇ ਰੱਬ ਨੇ ਤੈਨੂੰ ਉਦੋਂ ਵੀ ਰੱਖਿਆ ਹੋਇਆ ਸੀ, ਕਹਿੰਦੇ ਉਦੋਂ ਵੀ ਤੇਰੀ ਉਹ ਸਹਾਇਤਾ ਕਰ ਰਿਹਾ ਸੀ, ਕਹਿੰਦੇ ਉਦੋਂ ਵੀ ਤੈਨੂੰ ਉਹ ਪਾਲ ਰਿਹਾ ਸੀ। ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮਾਤ, ਕਹਿੰਦੇ ਉਸ ਸਮੇਂ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਕਹਿੰਦੇ ਉਹ ਦਿਨ ਕਿਸ ਤਰ੍ਹਾਂ ਭੁੱਲ ਗਿਆ ਜਦੋਂ ਤੇਰੀ ਪ੍ਰੀਤ ਰੱਬ ਨਾਲ ਜੁੜੀ ਹੋਈ ਸੀ, ਜਦੋਂ ਤੇਰਾ ਪ੍ਰੇਮ ਪ੍ਰਮਾਤਮਾ ਨਾਲ ਜੁੜਿਆ ਹੋਇਆ ਸੀ, ਜਦੋਂ ਤੂੰ ਅਕਾਲ ਪੁਰਖ ਨਾਲ ਇੱਕਮਿਕ ਹੋਇਆ ਸੀ। ਤੇ ਕਹਿੰਦੇ ਜਿਸ ਦਿਨ ਇੱਕਮਿਕ ਹੋਇਆ ਤੈਨੂੰ ਜ਼ਿੰਦਗੀ ਦੇ ਸਾਰੇ ਸੁੱਖ ਮਿਲ ਚੁੱਕੇ ਸੀ। ਗੁਰੂ ਸਾਹਿਬ ਕਹਿੰਦੇ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਏ। ਹੁਣ ਕਹਿੰਦੇ ਜਿਸ ਦਿਨ ਪ੍ਰਮਾਤਮਾ ਨਾਲ ਪ੍ਰੀਤ ਬਣੀ ਸਾਰੇ ਸੁੱਖ ਮਿਲ ਗਏ, ਜਿਸ ਦਿਨ ਪ੍ਰਮਾਤਮਾ ਨਾਲ ਪ੍ਰੀਤ ਬਣੀ ਸਾਰੇ ਦੁੱਖ ਚਲੇ। ਹੁਣ ਦੁੱਖ ਵੀ ਉਸ ਦਿਨ ਜਾਣਗੇ ਜਿਸ ਦਿਨ ਪ੍ਰਮਾਤਮਾ ਨਾਲ ਮੁਹੱਬਤ ਕਰਾਂਗੇ। ਕਹਿੰਦੇ ਪ੍ਰਭ ਕੀ ਪ੍ਰੀਤ ਹਉਮੈ ਮਲਕ ਹੋਏ। ਕਹਿੰਦੇ ਪ੍ਰਮਾਤਮਾ ਨਾਲ ਜਿਹੜੀ ਪ੍ਰੀਤ ਹੈ ਨਾ, ਉਹ ਬੰਦੇ ਦੀ ਅੰਦਰ ਦੀ ਹਉਮੈ ਨੂੰ ਦੂਰ ਕਰ ਦਿੰਦੀ ਹੈ। ਨਹੀਂ ਤੇ ਬੰਦੇ ਦਾ ਹੰਕਾਰ ਨਾਲ ਨਾਲ ਤੁਰਿਆ ਰਹਿੰਦਾ ਹੈ। ਪਾਠ ਕਰੇ, ਲੋਕ ਸੁਣਾਵੇ, ਇਹ ਪਾਠ ਵੀ ਕਰਦਾ, ਕੀਰਤਨ ਵੀ ਕਰਦਾ, ਕਥਾ ਵੀ ਕਰਦਾ, ਤੇ ਲੋਕਾਂ ਨੂੰ ਸੁਣਾਉਣ ਵਾਸਤੇ ਹੀ ਕਰੀ ਜਾਂਦਾ ਹੈ। ਕਹਿੰਦੇ ਜਿਸ ਦਿਨ ਮਨੁੱਖ ਨੇ ਆਪਣੇ ਆਪ ਨੂੰ ਸੁਣਾ ਲਿਆ ਨਾ, ਕਹਿੰਦੇ ਅਗਲੇ ਦਾ ਸੁਣਨਾ ਵੀ ਸਫਲ ਹੋ ਜਾਏਗਾ। ਕਹਿੰਦੇ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋ। ਕਹਿੰਦੇ ਜਿਸ ਦਿਨ ਪ੍ਰਮਾਤਮਾ ਨਾਲ ਇੱਕਮਿਕ ਹੋ ਗਏ ਨਾ, ਦੇਖੋ ਅੱਜ ਆ ਖੁਸ਼ੀਆਂ ਮਿਲੀਆਂ ਨੇ, ਸੋਹਣੇ ਮਕਾਨ ਮਿਲੇ ਨੇ, ਗੁਰੂ ਸਾਹਿਬ ਨੇ ਹੋਰ ਕਈ ਖੁਸ਼ੀਆਂ ਦਿੱਤੀਆਂ ਨੇ। ਇਹ ਸਤਿਗੁਰੂ ਦੀ ਰਹਿਮਤ ਹੈ, ਇਹ ਸਤਿਗੁਰੂ ਦੀ ਕਿਰਪਾ ਹੈ। ਕਿਉਂਕਿ ਹਮ ਭੀਖਕ ਭਿਖਾਰੀ ਤੇਰੇ
तू निज पत है दाता। असी पखारी हाँ पर है किदे आ? उस निरंकार उस वाहिगुरु दे, उस परमात्मा उस निरंकार दे। ते मेरे सतगुरु कहंदे प्रभ की प्रीत सद निर्मल होए। कहंदे जिस दिन परमात्मा दा गुण गायन करेगा ना, जिस दिन परमात्मा दी सिफत सलाह विच लग जाएगा, हर समय ही वाहिगुरु 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 चौंकड़े मारो संगत जी। ये बिरती है किते संजोगी समा बनदा है। मन करके सिमरन करो एक मिनट सारे, आखो जी वाहिगुरु 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 वाहिगुरु। हुण प्रभ की प्रीत सद निर्मल। हुण देखो मन जिहड़ा वो निर्मल होना शुरू हो जाता है। ते जिस दिन मन निर्मल हो गया फिर जी सुनो ऐसा प्रेम प्यार, सुनो मीत ऐसा प्रेम प्यार। कहंदे जिस दिन परमात्मा नाल इकमिक हो जाएंगे ना, फिर रब च ते जीव विच कोई अंतर ही नहीं रह जाएगा। जिवें कबीर साहब विच कोई अंतर नहीं सी ना, भगत नामदेव साहब विच कोई अंतर नहीं सी, भगत रविदास साहब जी विच कोई अंतर नहीं है। वो इकमिक हो गए ने। ते जिस दिन इकमिक हो गए ते तुरे जांदियां सोचिया कि चल मना रोड़ा बणीए। क्यों ना होए कि रोड़े च गुण भी है कि वह हमेशा पैरां नूं वजदा है, जिहड़ा मर्जी आउंदा वो पैर मार के गांह चलिया जांदा है। ये निमरता है, ये गुण है। फिर सोचते ने चल मना जे रोड़ा बन गया तो किसी के पैर नूं वजांगा फिर अगला दुखी होएगा। ये औगण है। हुण गुण किहड़ा है? चना खाना पैर मारदा ये गुण है, कुछ नहीं कहंदा। पर ओही रोड़ा जो पैर ते सट लगदी है फिर वो शरीर नूं दुख दिंदा है, ये उहदे च औगण है। कहंदे प्रीत कीतियां गल नहीं बननी। कहंदे चल मना इदां कर रोड़ा ना बन तू खे बन जा। हुण खे विच गुण की है? पैरां च है, हर समय पैरां च रहिंदी है। औगण की है? ये जदों शरीर नूं चंबड़दी है बंदे दे शरीर ते मैल पैदा कर दिंदी है। ये हुण इहदे च औगण है। हुण गुण सी पैरां हेठ है, औगण है शरीर नूं मैलियां करदी है। कबीर साहब कहंदे चल मना खे नहीं बनना। इहदे च ते गुण भी है औगण भी है। इस तरह कर तू पानी बन जा। फिर सोचते ने जे पानी च गुण की है? वो निवानता नूं जांदा है, नीवें पासे नूं तुरी जांदा है। ये निमरता दी निशानी है। धरती हेठ वसंदा पानी। भाई गुरदास साहब ने कहा ना गुरसिੱਖੀ दी ये निशानी। कहंदे गुरसिੱਖੀ दी ये निशानी है। कहंदे जिवें पानी नवान नूं जांदा है, गुरसिੱਖਾਂ दे अंदर निमरता बनी हुंदी है। गुरसिੱਖਾਂ दे अंदर परमात्मा प्रति प्रेम जागिया हुंदा है। कहंदे हुण प्रीत देखो, कहंदे चल मना पानी बनी। फिर सोचते ने कहंदे पानी दा सुभाअ की है कि सियाल विच ठंडा है ते गर्मियां विच गर्म है। इह च गुण भी है कि जिहड़ा रंग पा दो उही रूप हो जांदा है। हुण औगण की है? सियाल विच बिल्कुल ठंडा बन जांदा है ते गर्मियां विच गर्म हुंदा है। फिर सोचते ने हुण बणीए की? जे रोड़ा भी बनिया फिर भी गल नहीं बननी, गुण औगण है। जे मैं खे बन गया, खे च भी गुण औगण है। जे मैं पानी बन गया, पानी च भी गुण औगण है।
फिर सोचते ने मना तू ना खे बन, ना तू रोड़ा बन, ना तू पानी बन, तू इस तरह कर तू रब वर्गा ही बन जा। हर जन ऐसा चाहिए जैसा हर ही होए। कहते तू हरी दे वर्गा बन जा, क्योंकि हरी गुणा दे नाल भरिया पिया। हरी दा सुभाव मिठड़ा है, हरी हर समय वो मिठा रहिंदा है। बस इहो ही कारण है परमात्मा सारे काम करदा, उन्होंने एक काम नहीं आउंदा है। तो इको ही काम है, वो कदी कौड़ा नहीं बोलदा है। गुरु साहब ने कहा है ना, मिठ बोलड़ा जी हर सज्जन स्वामी मोहरा। कहते जिहड़ा मेरा मालिक है ना, जिहड़ा मेरा करता है, जिहड़ा मेरा दाता है, वो कहते इन्ने मिठे सुभाव दा वै, इन्ना मिठा वै कि उन्होंने कुड़तन कौड़ी गल ही नहीं आउंदी है। बस जिहड़ा कौड़ा बोलदा समझ लियो जिन्ने मर्जी जपजी साहब कर ले, जिन्ने मर्जी चौपाई साहब कर ले, जिस दिन उन्हें कौड़ा बोल लिया समझियो केवल पढ़िया बाणी नूं हिरदे ते अमल धार के नहीं कीता होया है। जो बंदा कुड़तन बोलेगा ना, कौड़ा बोलेगा, वो समझ लियो इन्हें केवल बाणी पढ़ी है, केवल इन्हें मत्था टेकिया पर बाबे दी एक भी नहीं मन्नी। जो बंदा गुस्सा हावी करदा है ना, ਉਹਦੇ ਤੋਂ समझ लिया करो कि केवल पहरावे करके प्रीत बना के बैठे, अंदर करके नहीं जुड़िया होया। रब दे प्यारियां च किते गुस्सा सी। उस सिकंदर लोधी भी कहंदा इनू कबीर नू मारना, इनू खत्म करना वै। हाथी भी सद्दिया जांदा, सिखाया होया कि चिट्टे बस्तर पाए ने इनू लताड़ दे। पर याद रखियो प्रीत ही इन्नी डाढी है रब दे नाल, मोहब्बत ही इन्नी प्यारी है परमात्मा दे नाल। क्योंकि जहाँ जहाँ जाऊँ जहाँ तेरी सेवा तुम सो ठाकर और ना देवा। जिधर भी जाते सी बस उन्हों ही तकदे सी। हुण हाथी मारन वास्ते आउंदा ते जिहड़ा हाथी मारन वास्ते आउंदा याद रखियो ओहो ही हाथी कबीर साहब नूं नमस्कार करके जा रहा है। हुण मैं बिन गुर देखे नींद न आवे। हुण प्रीत इस तरह दी है, प्रभ की प्रीत भय सगल निधान, प्रभ की प्रीत हृदय निर्मल नाम। कहंदे परमात्मा दी प्रीत नाल नौ निधियां खजाने प्राप्त होण लग पैंदे, दुनिया दे सुख मिलण लग पैंदे ने। प्रभ की प्रीत हृदय निर्मल नाम, प्रभ की प्रीत सद सुभावंत। कहंदे जिस दिन परमात्मा नाल प्रेम पा लिया ना, जिस दिन परमात्मा दियां जीव गल्लां करन लग पैंदा है, जिस दिन उस अकाल पुरख दी सिफत करन लग पैंदा है, कहंदे याद रखियो उस दिन रब ओदी सिफत कराउण लग पैंदा है। वो फिर जीव ते रब दी सिफत करदा है, परमात्मा दे नाम दी सिफत करदा है। पर वो सिफत करदियां करदियां, सिफत सुनदियां सुनदियां रब अपने भगतां दी सिफत कराउण लग पैंदा है। प्रभ की प्रीत सब मिट्टी है चिंत। कहंदे याद रखियो परमात्मा दे गुण गाउंदियां गाउंदियां सारियां चिंतावां नाश हो जांदियां। नहीं ते बंदा ते चिंता विच ही डुबिया पिया है ना, क्योंकि असी ज्यादा ते चिंता विच ही खुबे पए हैं। साडा बहुता समा ते चिंता विच ही लंघ रहा है। असी बहुते आउण वाले समय की चिंता है, गुजर गए समय की चिंता है, तो जिहड़ा वर्तमान चल रहा है इहदी भी चिंता विच डुबे पए। क्योंकि बहुता समा साडा टेंशनां विच गुजर रहा है। भावें सतगुरु ने गल कही है, नानक चिंता मत करो, चिंता तिस ही है जल मह जंत उपायन, तिन्ना पी रोजी दे। तू चिंता ना कर, रोजी परमात्मा जो तेरे भागां च लिखता है तेनू देगा। पर खिमा करियो बंदा रहिंदा ही चिंता विच। कोई एक कमरे नूं तरस रहा है, वो भी चिंता विच। जिन्हां नूं बहुते मिल जांदे वो भी चिंता विच। किसे कोल माया नहीं है, वो इस चिंता विच डुबिया कि माया कित्थों आउणी है। कईयां कोल है इन्नी, उन्हां नूं ये नहीं पता लगन दिया खर्च कित्थे करनी है। रब ने कोई धी पुत्तर ही उन्हां नूं दित्ता नहीं है, वो इस चिंता विच डुबे पए ने। महाराज जी कहते परमात्मा दा सिमरन करदे आ, परमात्मा दा गायन करदे आ, क्योंकि प्रभ की प्रीत सब मिट्टी है चिंत। कहते जिस दिन तू परमात्मा दा नाम सिमरन करेगा ना, जिस दिन परमात्मा दे वल तेरा ध्यान हो जाएगा, याद रखी परमात्मा तेरे वल हो जाए। जां तू मेरे वल है तां क्या मोहशंदा। कहते जिस दिन तू ओदी गल करेगा रब कहते तेरे वल हो जाएगा, ते जिस दिन तेरे वल हो जाएगा फिर दुनिया दे सारे सुख तेनू देवेगा।
क्योंकि मेरे राम राए ज्यों रखे त्यों रही है, तुध भावै तां नाम जपावै सुख तेरा। दिता लईए फिर रब सारे ही सुख उस जीव नूं देण लग पैंदा है। वो सारे सुख जिहड़े ने वो जीव नूं मिलदे ने ते फिर वो सुखां दे कारण ही जीव परमात्मा दे नाल एक मिक होके ते सदा वास्ते परमात्मा दा गायन करदा है। पर बिरती किस तरह दी बने, मैं बिन गुर देखे नींद ना आवे। ये नहीं कि हुण रब ने सब कुछ दे दिता ते सिमरन ही ना करिए। हुण ते बिरती ये बनाउणी है, दिता तू है पर एक किरपा कर इहदे विच नाम दी बख्शिश भी कर, क्योंकि वो चबारे फिर सोहणे लगदे, वो घर सोहना लगदा है जिथे परमात्मा दे नाम दा सिमरन चल पैंदा है, जिथे परमात्मा दी भगती हुंदी है। ते जदों भगती बंदा करदा फिर अरदास एक मिक होके करे ते फिर ओदी अरदास सुनी जांदी है। भाई तलोका जी सी ना, वो धन गुरु पंजवें पातशाह महाराज जी दे दर्शन कीते। गजनी तो आए, अफगानिस्तान दी देश का एक नगर है, महमूद गजनी का वसाया होया ये शहर है। अज भी बड़ा प्यारा है, स्पैशल लोग उत्थे जाते हैं। अफगानिस्तान के लागे, काबल के लागे वो गजनी है, क्योंकि बहुता रुझान सिखां दा इधर रहा है, काबल वाल रहा है, कंधार वाल रहा है, अफगानी चलविस्तान वाल रहा है। सिखी दौरा जिहड़ा ज़्यादा सी वो ज़्यादा इधर रहा। फिर गुरु तेग बहादुर साहब महाराज जी ने रटन किया। गुरु नानक साहब तो बाद जे ज़्यादा सफ़र किया तो गुरु नानक साहब ने उस तो थोड़ा घट सफ़र किया तो धन गुरु तेग बहादुर साहब जी ने, क्योंकि गुरु तेग बहादुर साहब महाराज जी ने भी बहुता सफ़र किया है। जे महाराज जी असाम जाते ने, उत्थे जो दैंतनी सी मंदबुरती दी बिरती दी, ये लोगों ते जादू करन वाली ये धोबड़ी जिहड़ी सी, धोबन सी इहदा नाम, ये लोगों ते जादू टूणा करदी सी। जिवें गुरु नानक साहब ने ढाके विच कहा सी ना, नूर शाह बेगम नूं जादूगरनी सी। अज भी देखो कोई चौंकां च झाड़ू खिलार रहा है, कोई जंदरे मार रहा है, कोई कुछ कर रहा है, क्योंकि मनुख दा सुभाव हुंदा है। भाई साहब ने कहा ना, सज्जा खब्बा सौण ना मन वसाया। कहते जे सज्जी अख फड़की तो चंगी है, खब्बी फड़की तो बड़ी माड़ी है। कहते ये भरम विच तू नहीं पैना है, इस भरम तो निकलना है। जिहड़े रब दे प्यारे हुंदे ने वो भरमां तो बाहर हुंदे ने, केवल नाम दा गुण गायन दिन रात करदे। इस तरह गुरु नानक साहब दे कई गुरसिख प्यारे सी। कोई काबल च बैठा सी, कोई कंधार च बैठा सी, कोई गजनी बैठा सी, कोई अफगानिस्तान। इस करके बाबा श्री चंद जी का भी ज़्यादा प्रचार दौरा अफगानिस्तान च रहा है, वो साडे इलाके च बहुत घट रहे हैं। जे रहे ने तो केवल गुरदासपुर के लागे आए ने बाट साहब ते टाली साहब। एक जां इतिहास पढ़न के मुताबिक सिंहपुरा पिंड है धारीवाल लागे, उत्थे उन्होंने आके कुछ समा बिरती की। ज़्यादा धूने तुहानूं मिलणगे अफगानिस्तान के अंदर, जां फिर इत्थे कादर का पिंड जिहड़ा इधर फतेहगढ़ चूड़ियां नूं जांदे आ कादराबाद, इत्थे ठहरे ने। इत्थे ही राजे ने हाथी घल्लिया सी बाबा श्री चंद वास्ते कि ऊपर बैठ के ते तुसीं इधर नूं मोड़ो, साडे वाल आओ, लाहौर नूं आओ। वो हंकार विच घल्लिया सी ते बाबा श्री चंद जी हस के आखन लगे, जे सानू लैण आया पहलां साडी लोई नूं खड़, असीं फिर आवांगे। तो लोई रखी अजे हाथी ते हाथी पैरां समेत जमीन विच धस गया ते हस के आखन लगे, वो हाथी राजे नूं सुनेहा दिओ कि हंकार वाला तेरा मन सी, तू हाथी कलिया, जेकर प्यार वाला घलदा ते असीं तुर के ही तेरे कोल आ जाना सी। इस करके ज़्यादा प्रचार दौरा इन्हां इलाकियां च रहा। हुण ये गजनी च नौकरी करन वाला बादशाह दी भाई तलोका जी पंजवें पातशाह दे ना दर्शन कीते। जदों गुरु साहब जी कोल बैठा आके मन नूं शांति आई। इन्हें दसिया, महाराज जी मैनू नौकरी मिल गई है, बादशाह दे नाल अहलकार दी, सिपाही दी नौकरी मिल गई है। जिवें अज पुलिस वाले वीर भी कई मंत्रियों नाल रहिंदे ने, केवल उन्हां दी सिक्योरिटी वास्ते हुंदे ने, जिथे जाणगे उह नाल ही रहना पैंदा है। हुण गजनी दे बादशाह दे नाल ये नौकरी करनी ते पातशाह नूं बिनती कीती, धन गुरु अर्जन साहब महाराज जी मैनू नौकरी मिली अफगानिस्तान दे गजनी इलाके च, ते उस हाकम दे नाल
मैं सिपाही दी नौकरी करनी है। सतगुरु हस के आखन लगे, भाई तलोका जी नौकरी करो, पर साडी सिक्ख्या भी नाल रखियो, किसे जी ते हत्या नहीं करनी, किसे दा दिल नहीं दुखाउणा, पराया हक पराई माया ड्यूटी दे समय नौकरी समय कट्ठी नहीं करनी, नहीं ते तुहाडे बच्चियां ते इहदा असर पए, तुहाडे बच्चियां नूं इहदी सजा मिलेगी। हथ जोड़े भाई तलोका ने, महाराज जो मैनू पातशाह देगा, जिन्नी मेरी तनख्वाह होएगी उहदे च मैं रहन गुजारा करा। हुण ये सिक्ख्या लैके भाई तलोका जी गजनी चले गए। हाकम ने स्पैशल रखिया होया सी, क्योंकि सरदार सी ते अज नहीं पहलियां समयां अंदर भी सरदारां ते फकर रहा। हरेक बंदे नूं कोई दूजे धर्म दा वो अज भी इन्नी इज्जत करदा है सरदार बंदे दी। अज भी किते अरब वाले जाइए प्रचार करन वास्ते सानू कहिंदे ने, कहंदे तुसी असल मुल्ले जे, असल जे तुसी आ दाड़े रखे ने, मुछां रखियां ने, कहंदे तुसी सानू अल्लाह दिसदे। एक मैं पिक्चर खड़ी सी उत्थे, आपां दुबई खड़नी सी ते वो जदों लंघदी है मशीन चों चैक करदे ने, बाबा दीप सिंह दी पिक्चर सी, काफ़ी वड्डी सी। वो जो मशीन चों लंघी तो उन्हें आख्या भी देखनी है खोल के, बड़ा सानू हैरानगी हुई। असीं दोवें भरा सी, चलो सानू साइड ते उन्हें करके वो जो पिक्चर नूं एक वारी वो पिक्चर नूं देखण, एक वारी साडे चेहरे नूं देखण। असीं सोचीए भी शायद हो सकदा कोई इन्हां नूं शंका पिया किसी समय कोई दवाई भी किसी दी लै जाईदी है प्रदेश विच, वो भी मुश्किल पैदा कर दिंदी है। वो एक बारी सानू देखण, साडे चेहरे नूं देख लैण, एक बारी बाबा दीप सिंह दी फोटो नूं देखण। ते वो लेडीज सी जिहड़ी चैक करदी सी, आपस विच नूं हसदे हसदे कहंदे तुहाडे च ते तुहाडे खुदा दे चेहरे विच रत्ता भी फर्क नहीं। बड़ी सोहनी गल लगी जदों उस मुसलमान ने यह गल कही, कहंदी सरदार जी तुहाडा चेहरा ते बाबा दीप सिंह तुहाडे खुदा दा चेहरा, कहंदे तुहाडे खुदा तो वारे जाइए जिन्हां ने अपना चेहरा अपना रूप ही तुहानू दे दिता। ते केवल गुरु नानक दा ही घर है ना, पातशाह दा ही घर है ना, जिन्हें अपना चेहरा असी बिगाड़ लईए ते वखरी गल है, नहीं तो रब ने तो बड़ा ही सोहना चेहरा दिता है कि तेनू देख के रब चेते आए। देखो ना साडी सादगी रब चेते कराउंदी है। याद रखियो सादे कपड़े राम चेता कराउंदे ने, भड़कीले कपड़े काम चेता कराउंदे। अज धीआं नूं कहीए ना बस्तर पूरे पाया करो, चंगे पाया करो। कई धीआं ने, मैं पिछे जी एक कथा भी कीती सी, कईयां ने गुस्सा भी किया इस गल का कि नहीं जी ये किदां हो सकता है, बंदे दी नीत साफ चाहिए। मैं तुहानू बेनती जरूर करा, गुरबाणी का फैसला है जिथे श्रृंगार होएगा उत्थे काम जरूर आएगा, जिथे स्वाद होएगा उत्थे भुख जन्म जरूर लवेगी। ये पक्की गल जे। जिथे बंदा लालची होएगा उत्थे माया कट्ठी करन दी बिरती लाजमी जन्म लए। सादा कपड़ा राम चेते कराउंदा है, भड़कीला कपड़ा काम चेते कराउंदा है। ते मैं एक शब्द आप जी दे सामने राखी दवां, तुसीं आखियो ना कोलों गल है। गुरु नानक साहब कहंदे रूपे काम है दोस्ती, भुखै सदै गंढ। कहंदे काम दा संबंध भला किदे नाल है? रूप दे नाल। कदी बंदा सी तन ढक्कण वास्ते घाह आदिक केलियां दे पत्तरां दा सेवन करदा सी, कोई फैक्टरी नहीं सी ना कोई कपड़ा सी। अज इन्नियां फैक्टरियां हो गई हैं, बंदा कोई कपड़ा पा के खुश नहीं हो रहा है। सतगुरु कहंदे रूपे कामे दोस्ती भुखे साधे गंढ, लभै माल भुल मिल मिचल उगै सौड़ पलंग, भौंके कोप खुआर होए फक्कड़ पिटे अंध, चुप्पै चंगा नानका विन नावे मोह गंध। कहंदे याद रखियो जदों नींद दा संबंध किदे नाल है? पलंग दे। नींद आई होए ना फिर ना पलंग है ना थले सौड़ है, भावें पराली ते लम्मे पै जाओ, क्योंकि नींद दा संजोग नींद दा संबंध केवल पलंग दे नाल है। भुख दा संबंध स्वाद दे नाल है ते काम दा संबंध रूप दे नाल है। जिन्ना तुसी तन शंगारोगे याद रखियो काम चेष्टा दुराचारी उन्नी तुहाडे अंदर जन्म लई जाएगी। नीत साफ है पर जेड़ा रूप है सानू वो देखना पैना है। साडा रूप किदां दा है,
ਸਾਦਾ ਤੁਹਾਨੂੰ ਰਾਮ ਚੇਤੇ ਕਰਾ ਦੇਗਾ। ਹੁਣ ਅਸੀਂ ਅੰਦਰੋਂ ਜਿੰਨੇ ਮਰਜ਼ੀ ਹੋ ਜਾਈਏ ਹਾਂ, ਸਾਡੀ ਸਾਦਗੀ, ਸਾਡਾ ਪਹਿਰਾਵਾ ਤੁਹਾਡੀ ਰਸਨਾ ਤੇ ਕੀ ਸ਼ਬਦ ਲਿਆਉਂਦਾ? ਇਹ ਬਾਬਾ ਜੀ ਨੇ, ਇਹ ਗਿਆਨੀ ਜੀ ਨੇ, ਇਹ ਕੋਈ ਵਿਦਵਾਨ ਹੈ, ਇਹ ਕੋਈ ਪੰਡਤ ਹੈ। ਕੀ ਹੈ? ਸਾਦਾ ਲਿਬਾਸ ਰੱਬ ਨੂੰ ਚੇਤੇ ਕਰਾ ਗਿਆ, ਭੜਕੀਲਾ ਲਿਬਾਸ ਬੰਦੇ ਦੇ ਅੰਦਰ ਵਿਸ਼ੇ ਵਕਾਰ ਪੈਦਾ ਕਰ ਗਿਆ। ਤੇ ਜਦੋਂ ਇਸ ਤਰ੍ਹਾਂ ਦੀ ਬਿਰਤੀ ਬਣੇਗੀ ਫਿਰ ਰਸ ਨਹੀਂ ਬਣੇਗਾ। ਹੁਣ ਸਿੱਖਿਆ ਲੈ ਕੇ ਨਾ ਭਾਈ ਤਲੋਕਾ ਜੀ, ਚਲੋ ਧਿਆਨ ਦਿਓ, ਭਾਈ ਤਲੋਕਾ ਜੀ ਨਾ ਗਜਨੀ ਪਹੁੰਚ ਗਏ, ਗੁਰੂ ਸਾਹਿਬ ਕੋਲੋਂ ਸਿੱਖਿਆ ਲਈ। ਤੇ ਜਦੋਂ ਸਿੱਖਿਆ ਲਈ ਤੇ ਉਸੇ ਸਮੇਂ ਸਤਿਗੁਰੂ ਦੇ ਦੀਦਾਰ ਕੀਤੇ ਤੇ ਆਪਣੀ ਨੌਕਰੀ ਤੇ ਚਲੇ ਗਏ। ਹੁਣ ਇਸ ਬਾਦਸ਼ਾਹ ਨੂੰ ਬੜਾ ਹੀ ਮਾਣ ਸੀ ਕਿ ਮੇਰੇ ਨਾਲ ਨਾ ਇੱਕ ਸਰਦਾਰ ਬੰਦਾ ਤੁਰਿਆ ਜਾ ਰਿਹਾ ਹੈ, ਤੇ ਬੜਾ ਹੀ ਪਿਆਰ ਕਰਦਾ ਸੀ ਭਾਈ ਤਲੋਕਾ ਜੀ ਨਾਲ। ਉਹ ਇੱਕ ਦਿਨ ਆਖਣ ਲੱਗੇ, ਚੱਲ ਭਾਈ ਤਲੋਕਾ ਸ਼ਿਕਾਰ ਖੇਡਣ ਜਾਣਾ ਹੈ, ਚੱਲ ਬੈਠ ਘੋੜੇ ਤੇ ਸ਼ਿਕਾਰ ਖੇਡ ਕੇ ਆਈਏ। ਪਹਾੜੀ ਏਰੀਆ ਸੀ, ਜੰਗਲ ਏਰੀਆ, ਅੱਜ ਵੀ ਇਹ ਗਜਨੀ ਸਾਰੀ ਪਹਾੜੀ ਵਿੱਚ ਵਸੀ ਪਈ। ਤੇ ਜਦੋਂ ਸ਼ਿਕਾਰ ਖੇਡਣ ਗਏ, ਉਹ ਇੱਕ ਅੱਗੇ ਨਾ ਹਰਨੀ ਲੰਘਦੀ ਹੈ। ਉਹ ਜਦੋਂ ਹਰਨੀ ਲੰਘੀ, ਰਾਜੇ ਨੇ ਵੀ ਕੋਸ਼ਿਸ਼ ਕੀਤੀ, ਬਾਦਸ਼ਾਹ ਨੇ, ਕਿ ਮੈਂ ਤਲਵਾਰ ਕਿਰਪਾਨ ਮਾਰਾਂ, ਇਸ ਹਰਨੀ ਨੂੰ ਖਤਮ ਕਰਾਂ। ਅਹਿਲਕਾਰਾਂ ਵੀ ਕੋਸ਼ਿਸ਼ ਕੀਤੀ, ਉਹ ਨਾ ਗੱਲ ਬਣੀ। ਭਾਈ ਤਲੋਕਾ ਜੀ ਤੋਂ ਕਿਰਪਾਨ ਵੱਜ ਗਈ। ਉਹ ਜਦੋਂ ਉਹਦੇ ਲੱਕ ਤੇ ਵੱਜੀ, ਹਰਨੀ ਦੋ ਹਿੱਸਿਆਂ 'ਚ ਹੋ ਗਈ। ਉਹਦੇ ਪੇਟ 'ਚੋਂ ਦੋ ਬੱਚੇ ਤੜਫ ਕੇ ਧਰਤੀ ਤੇ ਡਿੱਗੇ। ਉਹ ਤੜਫਦਿਆਂ ਤੜਫਿਆਂ ਦੀ ਜਦੋਂ ਮੌਤ ਹੋਈ ਨਾ, ਭਾਈ ਤਲੋਕਾ ਜੀ ਤੇ ਉਸ ਦੀ ਮੌਤ ਨੇ ਬੜਾ ਹੀ ਅਸਰ ਕਰ ਦਿੱਤਾ। ਕਿ ਮੇਰੇ ਗੁਰੂ ਸਾਹਿਬ ਨੇ ਤੇ ਕਿਹਾ ਸੀ ਜੀ ਤੇ ਦਇਆ ਕਰਨੀ ਹੈ, ਇਹ ਤੇ ਬੜਾ ਵੱਡਾ ਅਪਰਾਧ ਹੋ ਗਿਆ। ਹਰਨੀ ਦੇ ਨਾਲ ਦੋ ਬੱਚਿਆਂ ਦੀ ਵੀ ਮੌਤ ਹੈ, 3 ਜਾਣਿਆਂ ਦਾ ਮੈਨੂੰ ਪਾਪ ਲੱਗੇ। ਹੁਣ ਬੜਾ ਚਿੰਤਾ ਵਿੱਚ ਹੀ ਰਹਿਣਾ ਕਿ ਬਾਦਸ਼ਾਹ ਦੀ ਨੌਕਰੀ ਹੈ, ਇਹਨੇ ਆਪਣੀ ਹਿਫਾਜ਼ਤ ਵਾਸਤੇ ਰੱਖਿਆ, ਤੇ ਜੇ ਮੈਂ ਹੁਣ ਕਿਰਪਾਨ ਲਾ ਦਿੱਤੀ ਤੇ ਇਹਨੂੰ ਮੇਰੇ ਤੋਂ ਮਾਣ ਟੁੱਟ ਜਾਣਾ। ਤੇ ਸ਼ਸਤਰੀ ਨਹੀਂ ਹੈ ਕੋਲ, ਸਾਡੇ ਕੋਲ ਹਥਿਆਰ ਹੀ ਨਹੀਂ ਹੈ, ਤੇ ਰਾਜੇ ਦੀ ਸਹਾਇਤਾ ਕਿੱਦਾਂ ਕਰੇ? ਭਾਈ ਸਾਹਿਬ ਨਹੀਂ ਸੋਚਾਂ 'ਚ ਪੈ ਗਏ। ਇਹਨਾਂ ਆਪਣੇ ਦਿਮਾਗ ਤੋਂ ਸੋਚਿਆ, ਕਿਉਂ ਨਾ ਹੋਏ ਕਿ ਮਨਾ ਇਦਾਂ ਕਰ, ਮਿਆਨ ਵੀ ਉੱਪਰ ਇਹੋ ਰਵੇ, ਮੁੱਠਾ ਵੀ ਇਹੋ ਰਵੇ, ਤੇ ਜਿਹੜੀ ਲੋਹੇ ਦੀ ਕਿਰਪਾਨ ਹੈ ਉਹਦੀ ਜਗ੍ਹਾ ਤੂੰ ਲੱਕੜ ਦੀ ਕਿਰਪਾਨ ਬਣਾ ਕੇ ਪਾ ਲੈ। ਜੇ ਕਿਸੇ ਨੂੰ ਵੱਜੇਗੀ ਵੀ ਸਹੀ, ਵੱਧ ਤੋਂ ਵੱਧ ਸੱਟ ਹੀ ਲੱਗੇਗੀ, ਉਹ ਵੱਡਿਆ ਤੇ ਨਹੀਂ ਨਾ ਜਾਏਗਾ, ਉਹਦੀ ਮੌਤ ਤੇ ਨਹੀਂ ਨਾ ਹੋਏਗੀ। ਇੱਕ ਨਾ ਬੰਦਾ ਭਾਈ ਸਾਹਿਬ ਦੇ ਨਾਲ ਨਾ ਈਰਖਾ ਬੜੀ ਕਰਦਾ ਸੀ, ਕਿਉਂਕਿ ਕਈ ਈਰਖਾ ਕਰਨ ਵਾਲੇ ਹੁੰਦੇ ਨੇ। ਭਾਈ ਸਾਹਿਬ ਨੇ ਕਿਹਾ ਨਾ, ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਜੁਆਰੀ ਜੁਆਰੀਆਂ, ਵਿਕਰਮੀ ਵਿਕਰਮ ਕਰਨ ਦੇ, ਚੋਰਾਂ ਚੋਰਾਂ ਪਿਰਹੜੀ, ਠੱਗ ਠੱਗ ਮਿਲ ਦੇਸ਼ ਟਕੰਦੇ। ਅਮਲੀ ਨੂੰ ਅਮਲੀ ਚੰਗਾ ਲੱਗਦਾ, ਉਹ ਸ਼ਰਾਬ ਪੀਣ ਵਾਲੇ ਨੂੰ ਸ਼ਰਾਬੀ ਚੰਗਾ ਲੱਗਦਾ, ਉਹ ਇਹੋ ਹੀ ਲੱਭਦਾ ਰਹਿੰਦਾ ਕਦੋਂ ਕੋਈ ਮਿਲੇ ਤੇ ਮੈਂ ਸ਼ਾਮ ਨੂੰ ਪੀਵਾਂ, ਉਹਨੂੰ ਸੰਗ ਹੈ ਨਾ ਉਹਦਾ। ਤੰਬਾਕੂ ਖਾਣ ਵਾਲੇ ਨੂੰ ਤੰਬਾਕੂ, ਉਹ ਕੱਲਾ ਤੇ ਮਲਦਾ ਹੀ ਕਦੀ ਨਹੀਂ ਹੈ, ਦੂਜਾ ਬੰਦਾ ਹੋਏਗਾ ਤੇ ਤੰਬਾਕੂ ਮਲੂਗਾ ਤੇ ਅਗਲੇ ਨੂੰ ਪਹਿਲਾਂ ਸੁਲਾ ਮਾਰੇਗਾ ਫਿਰ ਖਾਏਗਾ। ਮੈਂ ਤੇ ਕਦੀ ਹੈਰਾਨ ਹੁੰਨਾ, 1606 ਵਿੱਚ ਤੰਬਾਕੂ ਆਇਆ ਇੰਡੀਆ 'ਚ। ਪਹਿਲਾਂ ਇਹ ਅਮਰੀਕਾ 'ਚ ਕੀਤੀ ਗਈ ਅਮਰੀਕਾ 'ਚ। ਪੁਰਤਗਾਲ ਦੇ ਲੋਕ ਅਮਰੀਕਾ 'ਚ ਗਏ, ਪੁਰਤਗਾਲੀਆਂ ਨੇ ਅਮਰੀਕਾ ਤੋਂ ਲਿਆ ਕੇ, ਜਿਵੇਂ ਆਲੂ ਤੇ ਟਮਾਟਰ ਸਾਡੀ ਇੰਡੀਆ ਦੀ ਖੇਤੀ ਨਹੀਂ, ਅਮਰੀਕਾ ਦੀ ਹੈ, ਇਸੇ ਤਰ੍ਹਾਂ ਤੰਬਾਕੂ ਅਮਰੀਕਾ 'ਚ ਸੀ। ਉਸ ਤੋਂ ਬਾਅਦ ਪੁਰਤਗਾਲ ਵਿੱਚ ਆਇਆ। ਪੁਰਤਗਾਲ ਇੰਡੀਆ 'ਚ ਹਮਲਾ ਕੀਤਾ, ਉਹਨਾਂ ਤੰਬਾਕੂ ਨਹੀਂ ਖਿਲਾਰਿਆ, ਉਹਨਾਂ ਕੋਈ ਖੇਤੀ ਨਹੀਂ ਕੀਤੀ ਹੈ। ਜਦੋਂ ਜਹਾਂਗੀਰ ਨੂੰ ਰੋਗ ਹੋਇਆ ਸੀ, ਉਦੋਂ ਤੰਬਾਕੂ ਇੰਡੀਆ 'ਚ ਲਿਆਂਦਾ ਗਿਆ। 1606 ਵਿੱਚ ਲਿਆਂਦਾ ਸੀ। तो ਜਿਹੜਾ ਇਹਦੀ ਸਮੈਲ ਲੈਂਦਾ ਸੀ, ਇਹਦੀ ਹਵਾ ਇੰਨੀ ਮਾੜੀ ਸੀ, ਇਹਦੀ ਹਵਾ ਨਾਲ ਵੀ ਬੰਦਾ ਦੂਸ਼ਿਤ ਹੋ ਜਾਂਦਾ ਹੈ, ਬਿਮਾਰ ਹੋ ਜਾਂਦਾ ਹੈ। कमाल की गल है, वो जिन्ने जिन्ने हवा दी देखी आसे पासे उहदा मन खराब होया, उबल छा करन लग पे। इन्हें सोचिया जिदू मैनू रमान आ रहा है, इन्हां ने इहदे तों घिरना कीती है, क्यों ना होवे कि मेरी सैना च जिहड़ा भर्ती होएगा, एक वारी रोटी मिले चाहे ना मिले, उहनूं दिहाड़ी च एक वारी तंबाकू खाना ही पए। उन्हें खेती कर दी इंडिया च। सब तो पहला जहांगीर वास्ते तंबाकू आया सी। हुण अमली रचन अमली, अमली नूं अमली चंगे लगदे ने, सोफी नूं सोफी चंगे लगदे ने। हुण जिहड़े सोफी हुंदे इन्हां तों घिरना दूर हो जांदे ने।
फिर भाई साहब कहते जेड़े जुआरी ने जुआ खेडण वाले उन्होंने वो जुआ खेडण वाले चंगे लगते हैं, चोरां नूं चोर चंगे लगते हैं। कहते इस तरह मखौल करन वालियां नूं मखौली चंगे लगते हैं ते चुगली करन वालियां नूं चुगली वाले चंगे लगते। वो इहो लभदे रहिंदे, कोई चुगली वाला लभे, मशकरिया मिल मशकरे, चुगली चुगल मिले मुकन। वो किसी ने चुगली कर दी कि बादशाह जी तुहानू बड़ा ही मान है भाई तलोके ते, पर वो तुहाडी हिफाजत वास्ते कृपान ते पा के बैठा है। म्यान ते ठीक बार वै, मुठा भी लोहे दा है, पर म्यान विच जेड़ी कृपान है ना वो लोहे दी नहीं। वो गजनी दा बादशाह आखन लगा ये किस तरह हो सकता है, मान बड़ा सिख ते सिख किसी नाल फरेब नहीं करदे, धोखा नहीं करदे। कहंदे नहीं तू झूठ मारदा, कहंदे नहीं बादशाह जी एक बारी कृपाना सारियां चेक कीतियां जान, एक बारी चेक करो। हुण बादशाह नूं मान बड़ा सी भाई तलोके ते, हुण कह भी नहीं सकदा। आखन लगे वो सारी सैना जिन्ने एहलकार सी सिपाही सी सारियां नूं इकट्ठियां कर लिया। जदों सारियां नूं इकट्ठियां कीता ना उस समय आखन लगे जदों मैं म्यान चों तलवार कड्डांगा तुसीं सारियां ने तलवारां आकाश वल कर देणियां। हुण भाई तलोके नूं सिद्धा कहना औखा सी कि मैनू ते मान बड़ा है भाई तलोके ते जे वाकई म्यान विचों लक्कड़ दी तलवार निकल आई ते भाई तलोके दी भी बेइज्जती ते मेरी भी बेइज्जती हो जानी। वो सारी संगत इस तरह सारी खलो गई, वो सिपाही। हुण भाई तलोका जी समझ गए, पहली आवाज च आखन लगा बादशाह अज तुहाडियां ना कृपाना चेक करनियां। भाई तलोका जी मन बिरती जुड़ गई, महाराज मैं ते आप दा बचन कमाया है, तुहाडे बचनां ते चलिया हां, अज मेरी ते तुहाडी इज्जत दा सवाल बन चुका है। हुण जदों म्यान चों मैं कृपान कड्डांगा ते लोहे दी जगह ते लक्कड़ दी निकलनी है। मैं तो किसी जी ते हत्या करन तो पहला लक्कड़ दी पाली है। हुण मन इदां जुड़ गया, मनो मन बिरती अरदास कीती कि वाहिगुरू जिस तरह द्रौपदी दी पत रखी सी ना तू, किन्नी सभा लगी सी ते सारे ओनू नंगेज करन विच लगे सी। अंदर सभा दुसासने मत्थे वाल द्रौपदी आंदी, दूतां नू फरमाया नंगी करो पंचाली बंदी। आ मेरी धीओ भैणो इस पंक्ति नू समझियो। जदों दुशासन ने सभा च होका दे दिता सी ना इनू नंगी कीता जाए, कहंदे पंजे पांडव वेखदे ओ कट रुद्धी नार जिन्हां दी, कहंदे पांडव भी हैरान हो गए। हुण अरदास इदां करियो द्रौपदी वांग, भाई तलोके वांग, भाई कटारू वांग। जदे इदां अरदास करोगे ना आ फिर दुनिया दे सारे सुख ही अगे पिछे दौड़नगे। कहंदे उस समय ना फिर अखी मीट ध्यान धर, हा हा कृष्ण करे बलवान। जदों फरमान जारी हो गया ना कि इनू नंगेज करना है, कहंदी हा हा ये की करन लगे, क्योंकि बच्ची दा पर्दा कपड़े दे नाल है। उदों रोपी फिर इन्नी उन्हें बिरती नाल बिनती की कि महाराज अज पंजे पांडव भी मेरी इज्जत नहीं बचा सकते। इत्थे बड़े बड़े वड्डे दुर्याचार गुरु बैठे हुए ने, भीष्म पितामह जी बैठे ने, मेरी कोई इज्जत नहीं बचा सकता। इन्नी बिरती कागर होगी द्रौपदी दी। भाई साहब कहंदे कृष्ण करे बिल लांदी, कहंदे अंदरों अंदर ना कृष्ण कृष्ण करन लग पई। जदों नाम लैन लग पई ना फिर कपड़ कोट उसारे न थके दूत ना पार वसांदी। कहंदे इन्नी बिरती जुड़ गई, कपड़े लाउण वाले थक गए पर कपड़ा पाउण वाला कृष्ण महाराज ना थकिया। इन्नी बिरती कागर होगी। भाई तलोका जी कहंदे कृपा कर दातिया रहमत कर, अज इज्जत रख लै। मनो मन वाहिगुरू दा सिमरन चल पिया। भाई तलोका जी दी ना वारी आ गई। कहंदे भाई तलोका जी म्यान चों तलवार कढ। हुण मुठे ते हथ रखिया, पता ते सी अंदर लक्कड़ दी है, पर ध्यान धरिया गुरु पंजवें पातशाह वाल के महाराज तुसी शहीद हो चुके हो, तुहाडा लखता जिगर गुरु हरगोबिंद साहब गद्दी ते बैठा है, हुण तुसी लाज रखनी है। जदों हुक्म जारी होया कि भाई तलोका जी
ਮਿਆਨ ਚੋਂ ਤਲਵਾਰ ਕੱਢੋ, ਮੁੱਠੇ ਤੇ ਹੱਥ ਪਾਉਣ ਦੀ ਦੇਰ ਸੀ। ਧੰਨ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ। ਇਹੋ ਜੀ ਬਿਰਤੀ ਜੁੜੀ ਕਿ ਮਿਆਨ ਦੇ ਵਿੱਚੋਂ ਛੇਵੇਂ ਪਾਤਸ਼ਾਹ ਦੀ ਮੋਹਰ ਲੱਗੀ ਹੋਈ ਕਿਰਪਾਨ ਨਿਕਲ ਆਈ। ਭਾਈ ਤਲੋਕਾ ਜੀ ਹੈਰਾਨ ਹੋ ਗਏ, ਨਾ ਮੇਰੀ ਕਿਰਪਾਨ ਤੇ ਮੋਹਰ ਹੈ, ਕਿਉਂਕਿ ਕਿਰਪਾਨ ਤੇ ਮੋਹਰ ਕੇਵਲ ਛੇਵੇਂ ਪਾਤਸ਼ਾਹ ਦੇ ਲੱਗੀ, ਮੇਰੀ ਦੀ ਪੀਰੀ। ਉਹ ਜਦੋਂ ਉਹ ਇੰਨੇ ਦੇਖਿਆ, ਮਹਾਰਾਜ ਦਾ ਕੌਤਕ ਦੇਖਿਆ, ਉਹ ਗਜਨੀ ਦਾ ਬਾਦਸ਼ਾਹ ਆਖਣ ਲੱਗਾ, ਉਹ ਚੁਗਲਖੋਰਾ, ਤੂੰ ਚੁਗਲੀ ਮਾਰੀ ਸੀ ਭਾਈ ਤਲੋਕੇ ਤੇ, ਆ ਦੇਖ ਉਹਦੇ ਮਿਆਨ ਵਿੱਚੋਂ ਤੇ ਤੁਹਾਡੀਆਂ ਕਿਰਪਾਨਾਂ ਨਾਲੋਂ ਵੀ ਜ਼ਿਆਦਾ ਲਿਖਦੀ ਕਿਰਪਾਨ ਹੈ। ਆ ਦੇਖ ਅੱਜ ਤੈਨੂੰ ਮੈਂ ਆਪਣੀ ਨੌਕਰੀ ਤੋਂ ਹੀ ਬਾਹਰ ਕੱਢਿਆ। ਭਾਈ ਤਲੋਕਾ ਜੀ ਨੂੰ ਘੁੱਟ ਕੇ ਗੱਲ ਵਕੜੀ ਲੈ ਗਿਆ। ਭਾਈ ਤਲੋਕਾ ਜੀ ਦੀਆਂ ਅੱਖਾਂ 'ਚ ਹੰਝੂ ਵਗਦੇ ਨੇ ਤੇ ਨਾਲੇ ਕਹਿੰਦੇ ਨੇ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਇਦਾਂ ਦੀ ਬਿਰਤੀ ਆਗੇ ਨੇ ਦਰਬਾਰ ਸਾਹਿਬ ਦਰਸ਼ਨ ਕੀਤੇ ਤੇ ਸੰਗਤਾਂ ਉਸ ਸਮੇਂ ਬੈਠੀਆਂ ਜੀ, ਛੇਵੇਂ ਪਾਤਸ਼ਾਹ ਤਖਤ ਤੇ ਬੈਠੇ ਨੇ ਤੇ ਸਤਿਗੁਰੂ ਜੀ ਆਖਣ ਲੱਗੇ, ਸੰਗਤ ਜੀ ਤੁਸੀਂ ਕਹਿੰਦੇ ਸੀ ਨਾ ਕਿ ਇੱਕ ਦਿਨ ਅਸੀਂ ਕਦੀ ਸੱਜੀ ਕਿਰਪਾਨ ਮਿਆਨ ਚੋਂ ਬਾਹਰ ਕੱਢਦੇ ਆ, ਕਦੀ ਖੱਬੀ ਕਿਰਪਾਨ ਮਿਆਨ ਚੋਂ ਕੱਢਦੇ ਆ, ਤੇ ਤੁਸੀਂ ਸਵਾਲ ਕੀਤਾ ਸੀ ਮਹਾਰਾਜ ਜੀ ਕੀ ਕੌਤਕ ਕਰ ਰਹੇ ਹੋ? ਬਸ ਅਸੀਂ ਭਾਈ ਤਲੋਕਾ ਜੀ ਦੀ ਰੱਖਿਆ ਵਾਸਤੇ, ਭਾਈ ਤਲੋਕਾ ਜੀ ਦੀ ਸੋਭਾ ਵਾਸਤੇ ਅਸੀਂ ਲੱਕੜ ਦੀ ਕਿਰਪਾਨ ਨੂੰ ਲੋਹੇ ਦੀ ਕਿਰਪਾਨ ਵਿੱਚ ਤਬਦੀਲ ਕਰ ਦਿੱਤਾ। ਕਿਉਂ ਨਹੀਂ ਕਿਰਪਾ ਹੁੰਦੀ ਹੈ, ਬਸ ਇਦਾਂ ਦੀ ਭਾਵਨਾ ਸੰਗਤ ਜੀ ਬਣੇ ਤੇ ਫਿਰ ਸਤਿਗੁਰੂ ਕਿਰਪਾ ਕਰਦੇ ਨੇ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੇਰਾ ਮਨ ਤਨ ਵੇਦਨ ਗੁਰ ਬਿਰਹੋਂ ਲਗਾ। ਫਿਰ ਇਸ ਤਰ੍ਹਾਂ ਦੀ ਬਿਰਤੀ ਬਣਦੀ ਹੈ। ਤੇ ਆਓ ਗੁਰੂ ਰਾਮਦਾਸ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਨੇ, ਕੀ ਮੇਰੇ ਸਤਿਗੁਰੂ ਰਹਿਮਤ ਕਰਦੇ ਨੇ। ਜਿੰਨਾ ਸਮਾਂ ਸੀ 1 ਵਜੇ ਤੱਕ